ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤ ਕਲਾਸ ਵਿੱਚ। ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਸੁਖਮਨੀ ਸਾਹਿਬ ਜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਤੇ ਸੁਖਮਨੀ ਸਾਹਿਬ ਜੀ ਦਾ ਜੋ ਕੇਂਦਰੀ ਭਾਵ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਅੰਸ। ਸੁਖਾਂ ਦਾ ਜੋ ਮੂਲ ਹੈ, ਸੁਖਾਂ ਦੀ ਮਣੀ ਯਾਨੀ ਸੁਖਾਂ ਦਾ ਮੂਲ, ਜਿਹਦੇ ਕਰਕੇ ਸਾਰੇ ਸੁਖ ਮਿਲ ਸਕਦੇ ਨੇ, ਉਹ ਹੈ ਰੱਬ ਦਾ ਹੁਕਮ। ਨਾਮ ਮੀਨਸ ਹੁਕਮ। ਤੇ ਭਗਤ ਕੌਣ ਨੇ? ਜਿਹੜੇ ਇਸ ਹੁਕਮ ਨੂੰ ਮੰਨਦੇ ਨੇ, ਉਹ ਰੱਬ ਦੇ ਪਿਆਰੇ ਨੇ। ਯਾਨੀ ਸਾਰੇ ਸੁਖਾਂ ਦਾ ਮੂਲ ਪ੍ਰਭੂ ਦਾ ਹੁਕਮ ਹੈ। ਹੁਕਮ ਰਜ਼ਾ ਦੇ ਅੰਦਰ ਚੱਲਣਾ ਹੀ ਰੱਬ ਦੀ ਭਗਤੀ ਹੈ, ਔਰ ਹੁਕਮ ਰਜ਼ਾ ਦੇ ਅੰਦਰ ਚੱਲਣਾ ਹੀ ਸਾਰੇ ਸੁਖਾਂ ਦਾ ਮੂਲ ਹੈ। ਆਓ ਅਗਲੀ ਵਿਚਾਰ ਆਪਾਂ ਵਿਚਾਰਨ ਦਾ ਯਤਨ ਕਰੀਏ। ਗੁਰ ਕੀ ਮਤ ਤੂੰ ਲਹੇ ਇਆਨੇ। ਗੁਰ ਕੀ ਮਤ ਤੂੰ ਲਹੇ ਇਆਨੇ। ਇਆਨੇ ਦਾ ਮਤਲਬ ਅਣਜਾਣ, ਕਿ ਇਹ ਬੇਸਮਝ ਸਤਿਗੁਰ ਦੀ ਮਤ ਲੈ, ਭਾਵ ਤੂੰ ਗੁਰੂ ਦੀ ਸਿੱਖਿਆ ਤੇ ਤੁਰ। ਕਿਉਂਕਿ ਮਨੁੱਖ ਦੀ ਮਤ ਸੀਮਤ ਹੈ। ਜੋ ਆਮ ਆਦਮੀ ਹੈ, ਉਹਦੇ ਤੋਂ ਕਈ ਵਾਰ ਨਿਰਣਾ ਨਹੀਂ ਹੁੰਦਾ ਸੱਚ ਕੀ ਹੈ, ਝੂਠ ਕੀ ਹੈ, ਹਾਨੀ ਕੀ ਹੈ, ਲਾਭ ਕੀ ਹੈ, ਪੁੰਨ ਕੀ ਹੈ, ਪਾਪ ਕੀ ਹੈ, ਧਰਮ ਕੀ ਹੈ, ਅਧਰਮ ਕੀ ਹੈ, ਆਤਮ ਕੀ ਹੈ, ਅਨਾਤਮ ਕੀ ਹੈ, ਸੱਚ ਕੀ ਹੈ, ਝੂਠ ਕੀ ਹੈ, ਨਹੀਂ ਨਾ ਸਮਝ ਆਉਂਦੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਤੂੰ ਗੁਰੂ ਦੀ ਮੱਤ ਦਾ ਧਾਰਨੀ ਹੋ, ਗੁਰੂ ਤੋਂ ਗਿਆਨ ਦੀ ਪ੍ਰਾਪਤੀ ਕਰ, ਵਿਵੇਕ ਬੁੱਧ ਲੈ, ਫਿਰ ਤੂੰ ਜੀਵਨ ਦੇ ਸਹੀ ਫੈਸਲੇ ਲੈ ਸਕੇਗਾ। ਤੈਨੂੰ ਯੂਨੀਵਰਸਲ ਟਰੁੱਥ ਦਾ ਪਤਾ ਲੱਗੇਗਾ, ਰੱਬੀ ਰਜ਼ਾ ਦਾ ਪਤਾ ਲੱਗੇਗਾ, ਔਰ ਫਿਰ ਤੇਰੇ ਜੋ ਜੀਵਨ ਦੇ ਫੈਸਲੇ ਹੋਣਗੇ ਉਹ ਸਹੀ ਹੋਣਗੇ, ਕਿਉਂਕਿ ਤੇਰਾ ਵਿਸ਼ਾਲ ਗਿਆਨ ਹੋਏਗਾ। ਇਸ ਲਈ ਜੀਵਨ ਦੇ ਅੰਦਰ ਵਿਸ਼ਾਲ ਗਿਆਨ ਦੀ ਲੋੜ ਹੈ। ਅਕਲੀ ਸਾਹਿਬ ਸੇਵੀਐ, ਅਕਲੀ ਕੀਚੈ ਦਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਪਾਈਐ ਮਾਨ, ਨਾਨਕ ਆਖੇ ਰਾਹ ਹੋਰ ਗੱਲਾਂ ਸ਼ੈਤਾਨ। ਯਾਨੀ ਗਿਆਨ ਦੀ ਬਹੁਤ ਜ਼ਰੂਰਤ ਹੈ ਮਨੁੱਖ ਨੂੰ। ਇਸ ਲਈ ਗੁਰੂ ਜੀ ਕਹਿੰਦੇ ਨੇ, ਤੂੰ ਗੁਰੂ ਤੋਂ ਗਿਆਨ ਦੀ ਦਾਤ ਪ੍ਰਾਪਤ ਕਰ, ਔਰ ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਜੀ। ਤੇ ਜੇ ਗਿਆਨ ਦੀ ਦਾਤ ਹਾਸਲ ਨਹੀਂ ਕਰੇਗਾ, ਭਗਤ ਬਿਨਾ ਬਹੁ ਡੂਬੇ ਸਿਆਣੇ। ਇਹ ਪ੍ਰਭੂ ਦੀ ਜੋ ਭਗਤੀ ਹੈ, ਭਗਤ ਦਾ ਮਤਲਬ ਰੱਬ ਦੀ ਰਜ਼ਾ ਵਿੱਚ ਤੁਰਨਾ, ਰੱਬ ਦੇ ਗੁਣ ਗਾਣੇ। ਜਿਵੇਂ ਆਪਾਂ ਹਰ ਰੋਜ਼ ਇਹ ਵਿਚਾਰ ਕਰ ਰਹੇ ਹਾਂ ਕਿ ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਰੱਬ ਦੇ ਹੁਕਮ ਦੇ ਅੰਦਰ ਤੁਰਨਾ ਹੀ ਰੱਬ ਦੀ ਭਗਤੀ ਹੈ। ਰੱਬੀ ਗੁਣਾਂ ਦੇ ਧਾਰਨੀ ਹੋਣਾ ਹੀ ਰੱਬ ਦੀ ਭਗਤੀ ਹੈ। ਤੇ ਗੁਰੂ ਜੀ ਕਹਿੰਦੇ ਨੇ, ਰੱਬੀ ਰਜ਼ਾ ਵਿੱਚ ਤੁਰਨ ਤੋਂ ਬਿਨਾਂ, ਰੱਬ ਦੇ ਗੁਣਾਂ ਨੂੰ ਵਿਸਾਰਨ ਕਰਕੇ ਬੜੇ ਸਿਆਣੇ ਸਿਆਣੇ ਚਤੁਰ ਲੋਕ ਇਹਨਾਂ ਵਿਕਾਰਾਂ ਦੇ ਅੰਦਰ ਡੁੱਬ ਗਏ, ਆਪਣੇ ਜੀਵਨ ਨੂੰ ਵਿਅਰਥ ਗਵਾ ਲਿਆ। ਜਿਨ੍ਹਾਂ ਨੇ ਗਿਆਨ ਦੀ ਵਰਤੋਂ ਨਹੀਂ ਕੀਤੀ, ਜਿਨ੍ਹਾਂ ਨੇ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਵੀ, ਉਹ ਆਪਣੀਆਂ ਸਿਆਣਪਾਂ ਯਾਨੀ ਚਤੁਰਾਈਆਂ ਕਰਕੇ ਵਿਕਾਰਾਂ ਦੇ ਅੰਦਰ ਡੁੱਬ ਗਏ। ਜਿਵੇਂ ਆਸਾ ਕੀ ਵਾਰ ਵਿੱਚ ਆਪਾਂ ਵਿਚਾਰ ਕੀਤੀ ਸੀ, ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉ, ਸੁੰਨੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆਂ, ਕਹੋ ਨਾਨਕ ਸੋ ਨਾ, ਫਲੀਆਂ ਫੁੱਲੀਆਂ ਬਪੁੜੇ, ਭੀ ਤਨ ਵਿੱਚ ਸੁਆ। ਜਿਹੜੀਆਂ ਆਪਣੀਆਂ ਚਤੁਰਾਈਆਂ ਨੇ ਨਾ, ਉਹਨਾਂ ਚਤੁਰਾਈਆਂ ਕਰਕੇ ਬੰਦਾ ਵਿਕਾਰਾਂ ਦੇ ਅੰਦਰ, ਪਾਪਾਂ ਅਪਰਾਧਾਂ ਦੇ ਅੰਦਰ ਡੁੱਬਦਾ ਚਲਾ ਜਾਂਦਾ ਹੈ। ਬੰਦਾ ਸੋਚਦਾ ਸ਼ਾਇਦ ਝੂਠ ਫਰੇਬ ਕਰਕੇ ਮੈਂ ਧਨ ਦੌਲਤ ਇਕੱਠੀ ਕਰ ਲਾਂ, ਇਹਦੇ ਨਾਲ ਮੈਨੂੰ ਖੁਸ਼ੀ ਮਿਲੇਗੀ, ਸੁੱਖ ਮਿਲੇਗਾ, ਪਰ ਐਸਾ ਹੁੰਦਾ ਨਹੀਂ। ਬੰਦਾ ਆਪਣੀਆਂ ਚਤੁਰਾਈਆਂ ਕਰਕੇ ਸਮਝਦਾ ਹੈ ਕਿ ਬਾਹਰੋਂ ਦੇਸ਼ ਬਣਾ ਕੇ, ਧਾਰਮਿਕ ਗੱਲਾਂ ਕਰਕੇ, ਤੇ ਅੰਦਰੋਂ ਠੱਗੀਆਂ ਸ਼ੱਗੀਆਂ ਮਾਰ ਕੇ, ਤੇ ਮੈਂ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਵਾਂ ਜਾਂ ਖੁਸ਼ੀਆਂ ਪਾ ਲਵਾਂ। ਤਾਂ ਐਸਾ ਕਦੇ ਹੁੰਦਾ ਨਹੀਂ। ਸਗੋਂ ਇਹੋ ਜਿਹੀਆਂ ਚਲਾਕੀਆਂ ਜਿਹੜੀਆਂ ਨੇ ਨਾ, ਉਹ ਬੰਦੇ ਨੂੰ ਡੋਬਦੀਆਂ ਨੇ। ਤੁਸੀਂ ਆਮ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਵੇਖੋ। ਕਈ ਵਾਰ ਹੁੰਦਾ ਨਾ, ਘਰ ਪਰਿਵਾਰ ਦੇ ਵਿੱਚ ਜੀ ਇੱਕ ਦੂਜੇ ਦੇ ਨਾਲ ਚਲਾਕੀਆਂ ਕਰਦੇ ਨੇ, ਕਰਦੇ ਤੇ ਚਲਾਕੀ ਨੇ, ਪਰ ਉਹਨਾਂ ਦੀ ਚਲਾਕੀ ਕਿੰਨੀ ਮਹਿੰਗੀ ਪੈਂਦੀ ਹੈ ਉਹਨਾਂ ਨੂੰ ਆਪ ਵੀ ਔਰ ਬਾਕੀ ਸਾਰੇ ਪਰਿਵਾਰ ਨੂੰ ਵੀ। ਇਸ ਲਈ ਗੁਰੂ ਜੀ ਕਹਿੰਦੇ ਨੇ, ਗੁਰੂ ਦੀ ਮੱਤ ਦਾ ਧਾਰਨੀ ਹੋ, ਕਿਉਂਕਿ ਰੱਬੀ ਗੁਣਾਂ ਤੋਂ ਬਿਨਾਂ
ਬਹੁਤ ਸਿਆਣੇ ਚਤੁਰ ਜਿਹੜੇ ਲੋਕ ਨੇ ਉਹ ਵਿਕਾਰਾਂ ਦੇ ਵਿੱਚ ਡੁੱਬ ਗਏ ਨੇ। ਹਰ ਕੀ ਭਗਤ ਕਰੋ ਮਨ ਮੀਤ। ਮਨ ਮੀਤ ਦਾ ਮਤਲਬ ਹੈ ਮਿੱਤਰ ਮਨ, ਪ੍ਰਭੂ ਦੀ ਭਗਤੀ ਕਰ, ਯਾਨੀ ਰੱਬ ਦੇ ਨਾਲ ਪ੍ਰੀਤ ਪਾ। हे ਮੇਰੇ ਮਨਾ, ਰੱਬ ਦੀ ਰਜ਼ਾ ਦੇ ਅੰਦਰ ਤੁਰ। ਹਰ ਕੀ ਭਗਤ ਕਰੋ ਮਨ ਮੀਤ। हे ਮੇਰੇ ਮਿੱਤਰ ਮਨ, ਰੱਬ ਦੇ ਗੁਣਾਂ ਦਾ ਧਾਰਨੀ ਹੋ। ਦੇਖੋ ਅਸੀਂ ਆਪਣੇ ਮਨ ਨੂੰ ਪ੍ਰੇਰਨਾ, ਗੁਰੂ ਜੀ ਸਾਨੂੰ ਆਪਣੇ ਮਨ ਨੂੰ ਪ੍ਰੇਰਨਾ ਦੇਣਾ ਸਿਖਾ ਰਹੇ ਨੇ। ਆਪਣੇ ਮਨ ਨੂੰ ਆਪ ਪ੍ਰੇਰਨਾ ਹੈ। ਅਸੀਂ ਦੂਜਿਆਂ ਨੂੰ ਕਹਿੰਦੇ ਹਾਂ ਤੁਸੀਂ ਇੰਜ ਕਰੋ, ਇਹ ਕਰੋ, ਇਹ ਕਰੋ, ਤੁਹਾਡਾ ਜੀਵਨ ਸਫਲ ਹੋਏਗਾ। ਜੇ ਕੋਈ ਸਾਡੇ ਤੋਂ ਸਲਾਹ ਮੰਗੇ ਤਾਂ ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਇਹ ਕੰਮ ਇੰਜ ਕਰ ਲਓ, ਤੇ ਸਲਾਹ ਤੇ ਅਸੀਂ ਬਿਨਾਂ ਮੰਗਣ ਤੋਂ ਵੀ ਦਿੰਦੇ ਰਹਿੰਦੇ ਹਾਂ ਵੈਸੇ। ਪਰ ਆਪਣੇ ਮਨ ਨੂੰ ਸਲਾਹ ਕੀ ਦੇਣੀ ਹੈ ਕਿ ਮੇਰੇ ਮਨਾਂ ਤੂੰ ਰੱਬ ਦੇ ਗੁਣਾਂ ਦਾ ਧਾਰਨੀ ਹੋ। ਆਪਣੇ ਆਪ ਨੂੰ ਇਹ ਸੈਲਫ ਸਜੈਸ਼ਨ, ਆਪਣੇ ਆਪ ਨੂੰ ਸਲਾਹ ਦੇਣੀ ਹੈ, ਆਪਣੇ ਮਨ ਨੂੰ ਪ੍ਰੇਰਨਾ ਹੈ। ਤੇ ਜਦੋਂ ਅਸੀਂ ਪ੍ਰੇਰਿਤ ਕਰਾਂਗੇ ਨਾ ਕਿ ਮੈਂ ਗੁਣਾਂ ਦੇ ਧਾਰਨੀ ਹੋਣਾ ਹੈ, ਤਾਂ ਹੌਲੇ ਹੌਲੇ ਅਸੀਂ ਗੁਣਾਂ ਦੇ ਧਾਰਨੀ ਹੋ ਜਾਵਾਂਗੇ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਹਾਰੋ ਚੀਤ। ਇਸ ਤਰ੍ਹਾਂ ਫਿਰ ਤੁਹਾਡੀ ਜਿਹੜੀ ਸੁਰਤ ਹੈ ਨਾ ਉਹ ਪਵਿੱਤਰ ਹੋ ਜਾਏਗੀ। ਚੀਤ ਦਾ ਮਤਲਬ ਇੱਥੇ ਭਾਈ ਸਾਹਿਬ ਸਿੰਘ ਜੀ ਕਰਦੇ ਨੇ ਚਿੱਤ, ਸੁਰਤ। ਜਿੱਥੇ ਹਰ ਸ਼ੈ ਯਾਦ ਹੈ ਨਾ, ਚੇਤਾ। ਜਦੋਂ ਹਰ ਵਕਤ ਅਸੀਂ ਗੁਣਾਂ ਦੀ ਗੱਲ ਕਰਾਂਗੇ ਤਾਂ ਸਾਡੇ ਚੇਤੇ ਦੇ ਅੰਦਰ ਗੁਣ ਵਸ ਜਾਣਗੇ, ਸੁਰਤ ਦੇ ਅੰਦਰ ਗੁਣ ਵਸ ਜਾਣਗੇ। ਤੇ ਜਦੋਂ ਸੋਚ ਵਿੱਚ, ਸੁਰਤ ਵਿੱਚ ਗੁਣ ਵਸ ਗਏ ਤਾਂ ਜੋ ਕੁਝ ਅੰਦਰ ਹੋਏਗਾ ਪ੍ਰਗਟ ਉਹੀ ਹੋਣਾ ਹੈ। ਬੋਲਾਂ ਵਿੱਚ ਵੀ, ਵਿਹਾਰ ਵਿੱਚ ਵੀ ਆਟੋਮੈਟਿਕਲੀ ਪ੍ਰਗਟ ਹੋਣਗੇ। ਜਦੋਂ ਸੋਚ ਵਿੱਚ ਵਸ ਗਏ, ਸੁਰਤ ਵਿੱਚ ਵਸ ਗਏ, ਤਾਂ ਆਟੋਮੈਟਿਕਲੀ ਪ੍ਰਗਟ ਉਹੀ ਹੋਏਗਾ ਜੋ ਅੰਦਰ ਵਸਿਆ ਹੈ। ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਤਾਂ ਇਸ ਤਰ੍ਹਾਂ ਤੁਹਾਡੀ ਸੁਰਤ, ਤੁਹਾਡੀ ਸੋਚ ਪਵਿੱਤਰ ਹੋ ਜਾਏਗੀ। ਤੇ ਪਵਿੱਤਰ ਸੋਚ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਚਰਨ ਕਮਲ ਰਾਖੋ ਮਨ ਮਾਹੇ। ਰੱਬ ਦੇ ਜੋ ਪ੍ਰਭੂ ਦੇ ਕਮਲ ਵਰਗੇ ਸੋਹਣੇ ਚਰਨ ਨੇ, ਉਹਨਾਂ ਨੂੰ ਆਪਣੇ ਮਨ ਦੇ ਵਿੱਚ ਪਰੋ ਕੇ ਰੱਖੋ। ਚਰਨ ਕਮਲ, ਕਮਲ ਵਰਗੇ ਸੋਹਣੇ ਚਰਨ। ਹੁਣ ਚਰਨ ਕਮਲ ਬਾਰੇ ਅਸੀਂ ਰੋਜ਼ ਵਿਚਾਰ ਕਰ ਹੀ ਰਹੇ ਹਾਂ। ਚਰਨ ਕਮਲ ਦਾ ਮਤਲਬ ਜੋ ਰੱਬ ਦੇ ਸੋਹਣੇ ਗੁਣ ਨੇ, ਰੱਬ ਦੀ ਰਜ਼ਾ, ਰੱਬ ਦਾ ਭਾਣਾ, ਰੱਬ ਦਾ ਹੁਕਮ, ਰੱਬ ਦੇ ਗੁਣ, ਉਹਨਾਂ ਨੂੰ ਆਪਣੇ ਮਨ ਦੇ ਅੰਦਰ ਵਸਾ ਕੇ ਰੱਖੋ। ਮਨ ਦੇ ਵਿੱਚ ਚੰਗਿਆਈਆਂ ਹੋਣ, ਸਚਾਈ ਹੋਵੇ, ਦਇਆ ਹੋਵੇ, ਪਿਆਰ ਹੋਵੇ, ਮੁਹੱਬਤ ਹੋਵੇ, ਨਿਰਭੈਤਾ ਹੋਵੇ, ਨਿਰਵੈਰਤਾ ਹੋਵੇ। ਇਹਨਾਂ ਨੂੰ ਆਪਣੇ ਮਨ ਵਿੱਚ ਵਸਾਓ। ਮਨ ਵਿੱਚ ਕੋਈ ਬੁਰਾਈ ਨਾ ਹੋਵੇ, ਖੋਟ ਨਾ ਹੋਵੇ, ਈਰਖਾ ਨਾ ਹੋਵੇ, ਵੈਰ ਵਿਰੋਧ ਨਾ ਹੋਵੇ, ਅਹੰਕਾਰ ਨਾ ਹੋਵੇ, ਦੂਜਿਆਂ ਨੂੰ ਨੀਵੇਂ ਵਿਖਾਉਣ ਦੀ ਭਾਵਨਾਵਾਂ ਨਾ ਹੋਣ। ਜਿਹੜੇ ਰੱਬ ਦੇ ਸੋਹਣੇ ਚਰਨ, ਰੱਬ ਦੇ ਸੋਹਣੇ ਗੁਣ ਨੇ, ਸੋਹਣੇ ਸੋਹਣੇ, ਉਹਨਾਂ ਸੋਹਣੇ ਸੋਹਣੇ ਗੁਣਾਂ ਨੂੰ ਆਪਣੇ ਮਨ ਦੇ ਅੰਦਰ ਵਸਾ ਕੇ ਰੱਖੋ, ਪਰੋ ਕੇ ਰੱਖੋ। ਫਿਰ ਇਹਦੇ ਨਾਲ ਕੀ ਹੋਏਗਾ? ਜਨਮ ਜਨਮ ਕੇ ਕਿਲ ਬਿਖ ਜਾਹੇ। ਜਨਮ ਜਨਮ ਦੇ ਮਤਲਬ ਬਹੁਤ ਸਮੇਂ ਦੇ, ਜੇ ਮੁੱਦਤਾਂ ਤੋਂ ਅਸੀਂ ਸਮੇਂ ਤੋਂ ਪਾਪ ਕਰਦੇ ਆ ਰਹੇ ਹਾਂ। ਕਿਲ ਬਿਖ ਦਾ ਮਤਲਬ ਪਾਪ, ਜਾਹੇ ਦਾ ਮਤਲਬ ਚਲੇ ਜਾਣਗੇ। ਜਿੰਨੇ ਵੀ ਸਾਡੇ ਪਾਪ ਨੇ, ਵਿਕਾਰ ਨੇ, ਜੋ ਸਾਡੀ ਸੁਰਤ ਵਿੱਚ ਬੈਠੇ ਸਨ, ਉਹ ਚਲੇ ਜਾਣਗੇ। ਉਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਜਿਵੇਂ ਜਿਵੇਂ ਅਸੀਂ ਗੁਣਾਂ ਦੇ ਧਾਰਨੀ ਹੋਵਾਂਗੇ, ਹੌਲੇ ਹੌਲੇ ਔਗਣ ਖਤਮ ਹੋ ਜਾਣਗੇ। ਸੱਚ ਬੋਲਦੇ ਜਾਵਾਂਗੇ, ਝੂਠ ਖਤਮ ਹੁੰਦਾ ਜਾਏਗਾ। ਪ੍ਰੇਮ ਦੀ ਵਰਤੋਂ ਕਰੀ ਜਾਵਾਂਗੇ, ਈਰਖਾ ਹੌਲੇ ਹੌਲੇ ਖਤਮ ਹੋ ਜਾਏਗੀ। ਪਿਆਰ ਦੇ ਨਾਲ ਰਹਿਣਾ ਸ਼ੁਰੂ ਕਰਾਂਗੇ, ਗੁੱਸਾ ਹੌਲੇ ਹੌਲੇ ਖਤਮ ਹੋ ਜਾਏਗਾ। ਯਾਨੀ ਜੋ ਵੀ ਸਾਡੇ ਬਣਿਆ ਹੋਇਆ ਪੁਰਾਣਾ ਵਿਗੜਿਆ ਸੁਭਾਅ ਸੀ, ਉਹ ਚੰਗੇ ਸੁਭਾਅ ਦੇ ਅੰਦਰ ਬਦਲ ਜਾਏਗਾ। ਇਸ ਲਈ ਗੁਰੂ ਜੀ ਕਹਿੰਦੇ ਨੇ ਆਪਣੇ ਮਨ ਦੇ ਅੰਦਰ ਸ਼ੁਭ ਗੁਣਾਂ ਨੂੰ ਪਰੋ ਕੇ ਰੱਖੋ, ਔਰ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਜੀਵਨ ਚੋਂ ਪਾਪ ਖਤਮ ਹੋ ਜਾਣਗੇ। ਤਾਂ ਦੇਖੋ ਕਿੰਨਾ ਸੋਹਣਾ ਸਾਧਨ ਇਸ ਸੰਸਾਰ ਨੂੰ, ਸਮਾਜ ਨੂੰ ਪਾਪਾਂ ਤੋਂ ਮੁਕਤ ਕਰਨ ਦਾ ਗੁਰੂ ਜੀ ਦੇ ਰਹੇ ਨੇ। ਹੁਣ ਜੇ ਅਸੀਂ ਸਾਰੇ ਯਤਨ ਕਰੀਏ, ਪੂਰੀ ਦੁਨੀਆ ਦਾ ਹਰ ਇਨਸਾਨ ਆਪਣੇ ਤੋਂ ਸ਼ੁਰੂਆਤ ਕਰੇ, ਮੈਂ ਆਪਣੇ ਤੋਂ, ਤੁਸੀਂ ਆਪਣੇ ਤੋਂ, ਕੱਲਾ ਕੱਲਾ ਜਣਾ। ਜੇ ਦੁਨੀਆ ਦਾ ਹਰ ਕੱਲਾ ਕੱਲਾ ਇਨਸਾਨ ਆਪਣੇ ਅੰਦਰ ਗੁਣਾਂ ਨੂੰ ਵਸਾ ਲਵੇ, ਗੁਣਾਂ ਦਾ ਧਾਰਨੀ ਹੋ ਜਾਏ, ਤਾਂ ਦੁਨੀਆ ਆਪੇ ਹੀ ਬਦਲ ਜਾਏਗੀ। ਪਰ ਪ੍ਰੋਬਲਮ ਇੱਥੇ ਹੈ, ਅਸੀਂ ਇਹ ਚਾਹੁੰਦੇ ਆ ਕਿ ਸਾਡੇ ਕਹਿਣ ਨਾਲ ਦੂਜਾ ਕੋਈ ਬਦਲ ਜਾਏ, ਪਰ ਅਸੀਂ ਉੱਥੇ ਦੇ ਉੱਥੇ ਰਹੀਏ। ਇਸ ਲਈ ਸੈਲਫ ਸਜੈਸ਼ਨ ਦੇਣੀ ਹੈ ਆਪਣੇ ਮਨ ਨੂੰ, ਆਪਣੇ ਆਪ ਨੂੰ। ਗੁਣਾਂ ਦੀ ਧਾਰਨੀ ਹੋਣਾ ਹੈ, ਆਪਣੀ ਜ਼ਿੰਦਗੀ ਚੋਂ ਪਾਪ ਵਿਕਾਰਾਂ ਨੂੰ ਖਤਮ ਕਰਨਾ ਹੈ।
ਤੇ ਨਾਲ ਕਹਿੰਦੇ ਨੇ ਆਪ ਜਪੋ ਅਵਰਾਂ ਨਾਮ ਜਪਾਵੋ। ਇੱਥੇ ਅਵਰਾ ਦੇ ਰਾਰੇ ਨਾਲ ਬਿੰਦੀ ਲਗਾਵਾਂਗੇ, ਕੰਨੇ ਨਾਲ, ਅਵਰਾਂ। ਆਪ ਜਪੋ ਅਵਰਾਂ ਨਾਮ ਜਪਾਵੋ। ਅਵਰਾਂ ਦਾ ਮਤਲਬ ਹੋਰਨਾਂ ਨੂੰ ਵੀ, ਜਪਾਵੋ ਦਾ ਮਤਲਬ ਪ੍ਰੇਰੋ, ਨਾਮ ਦਾ ਮਤਲਬ ਹੁਕਮ। ਆਪ ਵੀ ਹੁਕਮ ਨੂੰ ਜਾਣੋ, ਆਪ ਵੀ ਰੱਬ ਦੀ ਸਿਫਤ ਸਲਾਹ ਕਰੋ, ਔਰ ਦੂਜਿਆਂ ਨੂੰ ਵੀ ਪ੍ਰੇਰੋ, ਦੂਜਿਆਂ ਨੂੰ ਵੀ ਪ੍ਰੇਰਨਾ ਦਿਓ। ਜਿੱਥੇ ਕੋਈ ਗੁਰਮਤ ਦੀ ਗੱਲ ਚੱਲਦੀ ਹੈ, ਜਿੱਥੇ ਅਸੀਂ ਬੈਠਦੇ ਹਾਂ, ਰਿਸ਼ਤੇਦਾਰਾਂ ਵਿੱਚ, ਭੈਣਾਂ ਭਰਾਵਾਂ ਵਿੱਚ, ਸੱਜਣਾ ਮਿੱਤਰਾਂ ਵਿੱਚ, ਜਿੱਥੇ ਵੀ ਕਿਤੇ ਆਪਣੀ ਜੌਬ ਤੇ ਗੱਲਬਾਤ ਕਰਨ ਦਾ ਸਮਾਂ ਮਿਲੇ ਤਾਂ ਉੱਥੇ ਗੁਣਾਂ ਦੀ ਗੱਲ ਕੀਤੀ ਜਾਏ। ਅਸੀਂ ਆਮ ਕੀ ਕਰਦੇ ਹਾਂ ਕਿ ਸਮੱਸਿਆਵਾਂ ਗਿਣਦੇ ਹਾਂ। ਇਹਦਾ ਮਤਲਬ ਇਹ ਨਹੀਂ ਕਿ ਸਮੱਸਿਆਵਾਂ ਬਾਰੇ ਨਹੀਂ ਸੋਚਣਾ ਚਾਹੀਦਾ, ਬਿਲਕੁਲ ਸੋਚਣਾ ਚਾਹੀਦਾ ਹੈ, ਕਿਉਂਕਿ ਜਦੋਂ ਅਸੀਂ ਸਮੱਸਿਆਵਾਂ ਬਾਰੇ ਨਹੀਂ ਸੋਚਾਂਗੇ ਤੇ ਉਹ ਹੱਲ ਨਹੀਂ ਹੋਣਗੀਆਂ। ਲੇਕਿਨ ਕੱਲੇ ਸਮੱਸਿਆਵਾਂ ਦੀ ਗਿਣਤੀ ਕਰੀ ਜਾਣੀ, ਸਮੱਸਿਆਵਾਂ ਬਾਰੇ ਸੋਚੀ ਜਾਣ ਨਾਲ ਸਮੱਸਿਆਵਾਂ ਖਤਮ ਨਹੀਂ ਹੋਣਗੀਆਂ। ਉਹਨਾਂ ਦੇ ਹੱਲ ਬਾਰੇ ਸੋਚਣਾ ਚਾਹੀਦਾ ਹੈ ਕਿ ਸਮੱਸਿਆਵਾਂ ਦਾ ਹੱਲ ਕੀ ਹੈ, ਔਰ ਉਹਦੇ ਹੱਲ ਵਾਸਤੇ ਯਤਨ ਕਰਨਾ ਚਾਹੀਦਾ ਹੈ। ਤਾਂ ਜਿੱਥੇ ਵੀ ਗੱਲਬਾਤ ਕਰਨ ਦਾ ਸਮਾਂ ਮਿਲੇ, ਉੱਥੇ ਸਮੱਸਿਆਵਾਂ ਦਾ ਸੋਲੂਸ਼ਨ ਦੱਸੋ। ਉੱਥੇ ਆਪਸ ਦੇ ਅੰਦਰ ਇਹ ਗੱਲਬਾਤ ਕਰੋ ਕਿ ਅਸੀਂ ਗੁਣਾਂ ਦੇ ਧਾਰਨੀ ਕਿਵੇਂ ਹੋਣਾ ਹੈ। ਜੇ ਕੋਈ ਇਹ ਗੱਲ ਕਹਿੰਦਾ ਹੈ ਕਿ ਮੈਨੂੰ ਕ੍ਰੋਧ ਬੜਾ ਹੁੰਦਾ ਹੈ, ਤਾਂ ਉਹਨੂੰ ਇਹ ਦੱਸਣਾ ਵੀ ਕ੍ਰੋਧ ਨੂੰ ਕਿਵੇਂ ਹਟਾਇਆ ਜਾ ਸਕਦਾ ਹੈ, ਪ੍ਰੇਮ ਕਿਵੇਂ ਪੈਦਾ ਕੀਤਾ ਜਾ ਸਕਦਾ ਹੈ। ਦੁਨੀਆ ਵਿੱਚ ਪਾਪ ਅਪਰਾਧ ਨੇ, ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ। ਤਾਂ ਗੱਲਬਾਤ ਇਹ ਕਰੋ ਕਿ ਇਹਨਾਂ ਨੂੰ ਕਿਵੇਂ ਹਟਾਇਆ ਜਾ ਸਕਦਾ ਹੈ, ਔਰ ਮੈਂ ਇਹਦੇ ਵਿੱਚ ਕੀ ਸਹਿਯੋਗ ਪਾ ਰਿਹਾ ਹਾਂ, ਮੈਂ ਆਪਣੀ ਜ਼ਿੰਦਗੀ ਚੋਂ ਕਿਵੇਂ ਪਾਪ ਹਟਾਏ ਨੇ, ਮੈਂ ਕਿਵੇਂ ਗੁਣਾਂ ਦਾ ਧਾਰਨੀ ਹੋਇਆ। ਇਹ ਹੀ ਹੈ ਨਾ, ਆਪ ਜਪੋ ਅਵਰਾ ਨਾਮ ਜਪਾਵੋ। ਆਪ ਵੀ ਰੱਬ ਦੀ ਸਿਫਤ ਸਲਾਹ ਕਰੋ ਤੇ ਦੂਜਿਆਂ ਨੂੰ ਵੀ ਪ੍ਰਭੂ ਦੀ ਸਿਫਤ ਸਲਾਹ ਕਰਨ ਵਾਸਤੇ ਪ੍ਰੇਰੋ। ਰੱਬ ਦੇ ਹੁਕਮ ਵਿੱਚ ਤੁਰਨ ਦੀ ਪ੍ਰੇਰਨਾ ਦਿਓ। ਗੁਰਬਾਣੀ ਦੇ ਆਸ਼ੇ ਅਨੁਸਾਰ ਜ਼ਿੰਦਗੀ ਆਪ ਵੀ ਜੀਵੋ ਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰੋ। ਸੁਨਤ ਕਹਿਤ ਰਹਿਤ ਗਤ ਪਾਵੋ। ਸੁਨਤ ਦਾ ਮਤਲਬ ਸੁਣਦਿਆਂ, ਕਹਿਤ ਦਾ ਮਤਲਬ ਕਹਿ ਕੇ, ਰਹਿਤ ਦਾ ਮਤਲਬ ਰਹਿਤ ਰੱਖ ਕੇ, ਗਤ ਪਾਵੋ ਦਾ ਮਤਲਬ ਉੱਚੀ ਅਵਸਥਾ ਪਾ ਲੋਗੇ। ਰੱਬ ਦੇ ਹੁਕਮ ਬਾਰੇ ਸੁਣਦਿਆਂ, ਰੱਬ ਦੇ ਹੁਕਮ ਬਾਰੇ ਕਹਿੰਦਿਆਂ, ਔਰ ਰੱਬ ਦੇ ਹੁਕਮ ਵਿੱਚ ਰਹਿੰਦਿਆਂ ਉੱਚੀ ਆਤਮਿਕ ਅਵਸਥਾ ਪਾ ਲੋਗੇ। ਤਿੰਨ ਚੀਜ਼ਾਂ ਹੋ ਗਈਆਂ, ਸੁਣਨਾ, ਕਹਿਣਾ ਔਰ ਉਹਨੂੰ ਇੰਪਲੀਮੈਂਟ ਕਰਨਾ। ਜਦੋਂ ਤੁਹਾਡੇ ਨਾਲ ਕੋਈ ਗੱਲਬਾਤ ਕਰੇ ਤਾਂ ਉੱਥੇ ਸਾਨੂੰ ਇੱਕੋ ਹੀ ਚੀਜ਼ ਦੀ ਜ਼ਰੂਰਤ ਹੈ ਕਿ ਜੇ ਉਹ ਨੈਗੇਟਿਵ ਬੋਲਦਾ ਹੈ, ਕਿਉਂਕਿ ਹਰ ਇੱਕ ਦਾ ਸੁਭਾਅ ਹੈ ਨਾ ਆਪਣਾ ਆਪਣਾ, ਜੇ ਉਹ ਕਿਸੇ ਦੀ ਬਦਖੋਈ ਤੁਹਾਡੇ ਕੋਲ ਕਰਦਾ ਹੈ ਤਾਂ ਤੁਸੀਂ ਸੁਣਨਾ ਬੰਦ ਕਰ ਦਿਓ। ਆਮ ਅਸੀਂ ਇਹ ਗੱਲ ਕਹਿੰਦੇ ਆ ਵੀ ਲੋਕ ਨਾ ਚੁਗਲੀਆਂ ਬੜੀਆਂ ਕਰਦੇ ਨੇ, ਝੂਠ ਬੜਾ ਬੋਲਦੇ ਨੇ। ਝੂਠ ਤਾਂ ਬੋਲਦੇ ਨੇ ਕਿਉਂਕਿ ਅਸੀਂ ਸੁਣ ਵੀ ਰਸ ਲੈਂਦੇ ਆ ਨਾ, ਮਜ਼ੇ ਲੈਂਦੇ ਆ ਝੂਠ ਸੁਣ ਸੁਣ ਕੇ। ਕਿਸੇ ਦੀ ਨਿੰਦਿਆ ਹੁੰਦੀ ਹੋਵੇ ਸਾਨੂੰ ਚਾਅ ਚੜ ਜਾਂਦਾ ਹੈ, ਕਿਸੇ ਦੀ ਕੋਈ ਬਦਖੋਈ ਕਰੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ, ਫਿਰ ਘਰ ਜਾ ਕੇ ਹੋਰ ਲੋਕਾਂ ਨੂੰ ਦੱਸੀਦਾ ਵੀ ਅੱਜ ਸੁਣਿਆ ਹੀ ਉਹ ਬਣਿਆ ਫਿਰਦਾ ਸੀ ਵੱਡਾ। ਨਾ ਸੁਣੋ, ਪੋਜ਼ਿਟਿਵ ਸੁਣੋ। ਉਸ ਵੀਰ ਨੂੰ ਕਹੋ ਵੀ ਵੀਰ ਤੂੰ ਜਾਂ ਮੇਰੀ ਭੈਣ ਜਾਂ ਵੀਰ ਕੋਈ ਪੋਜ਼ਿਟਿਵ ਗੱਲ ਦੱਸ ਕਿ ਮੈਂ ਚੰਗਾ ਕਿਵੇਂ ਹੋ ਸਕਦਾ, ਮੇਰੀਆਂ ਸਮੱਸਿਆਵਾਂ ਦਾ ਸੋਲੂਸ਼ਨ ਕਿਵੇਂ ਹੋ ਸਕਦਾ ਹੈ, ਮੇਰੀਆਂ ਸਮੱਸਿਆਵਾਂ ਕੀ ਨੇ, ਉਹ ਕਿਵੇਂ ਕ੍ਰੀਏਟ ਹੋ ਗਈਆਂ ਨੇ, ਉਹਨਾਂ ਨੂੰ ਹੱਲ ਕਰਨ ਦਾ ਸਾਧਨ ਕੀ ਨੇ, ਉਹ ਸਾਧਨ ਕਿੱਥੋਂ ਮਿਲਣਗੇ, ਕਿਵੇਂ ਮਿਲਣਗੇ। ਮੇਰੇ ਨਾਲ ਇਹ ਗੱਲਬਾਤ ਕਰ। ਸਮਾਜ ਨੂੰ ਅਸੀਂ ਚੰਗਾ ਕਿਵੇਂ ਬਣਾ ਸਕਦੇ ਹਾਂ, ਗੁਰੂ ਦੀ ਬਾਣੀ ਅਸੀਂ ਹਰ ਘਰ ਤੱਕ, ਇਨਸਾਨ ਤੱਕ ਕਿਵੇਂ ਪਹੁੰਚਾ ਸਕਦੇ ਹਾਂ, ਗੁਰਬਾਣੀ ਦੇ ਸਿਧਾਂਤਾਂ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ, ਇਹ ਸੁਣੋ। ਕਹਿਤ ਦਾ ਮਤਲਬ ਕਹੋ। ਤੇ ਜਦੋਂ ਕਿਸੇ ਦੇ ਨਾਲ ਤੁਸੀਂ ਗੱਲ ਕਰੋ ਤਾਂ ਤੁਸੀਂ ਵੀ ਕਿਸੇ ਦੀ ਬਦਖੋਈ ਨਾ ਕਰੋ। ਕਿਉਂ ਐਵੇਂ ਆਪਣੇ ਸਿਰ ਦੇ ਉੱਤੇ ਗੰਦਗੀ ਚੁੱਕੀ ਫਿਰਨੀ। ਦੇਖੋ, ਜੇ ਅਸੀਂ ਇਹਨਾਂ ਦੇਸ਼ਾਂ ਵਿੱਚ ਖਾਸ ਕਰਕੇ ਜੇ ਕੋਈ ਕਾਰ ਦੇ ਵਿੱਚੋਂ ਕੋਈ ਛੋਟਾ ਮੋਟਾ ਕਾਗਜ਼ ਵੀ ਟੁਕੜਾ ਬਾਹਰ ਸੁੱਟ ਦੇਵੇ ਨਾ, ਕੋਈ ਬੱਚਾ ਵੀ ਨਿੱਕੀ ਜਿਹੀ ਟੌਫੀ ਦਾ ਉਹ ਕਵਰ ਜਿਹਾ ਵੀ ਬਾਹਰ ਸੁੱਟੇ, ਤਾਂ ਲੋਕ ਨਫ਼ਰਤ ਕਰਦੇ ਨੇ ਨਾ ਵੀ ਇਹ ਗੰਦਗੀ ਖਿਲਾਰ ਰਿਹਾ। ਖਿਲਾਰਨੀ ਨਹੀਂ ਚਾਹੀਦੀ, ਬਿਲਕੁਲ ਨਹੀਂ ਖਿਲਾਰਨੀ ਚਾਹੀਦੀ। ਤੇ ਅਸੀਂ ਜਿਹੜੀ ਆ ਬਦਖੋਈ ਕਰਦੇ ਆ, ਅਫਵਾਹਾਂ ਫੈਲਾਉਂਦੇ ਆ, ਗੰਦਗੀ ਤੇ ਹੈ। ਇਹ ਤਾਂ ਉਹਦੇ ਨਾਲੋਂ ਵੀ ਜ਼ਿਆਦਾ ਵੱਡੀ ਗੰਦਗੀ। ਇਹਦੇ ਨਾਲ ਤੇ ਸਾਰਾ ਸਮਾਜ ਦੀ ਸੋਚ ਗੰਦੀ ਹੁੰਦੀ ਹੈ, ਸਮਾਜ ਵਿੱਚ ਨੈਗੇਟਿਵਿਟੀ ਫੈਲਦੀ ਹੈ। ਤਾਂ ਕਿਉਂ ਫਿਰ ਕਿਸੇ ਦੀ ਬਦਖੋਈ, ਨਿੰਦਿਆ, ਇਹ ਗੰਦਗੀ ਸਿਰ ਦੇ ਉੱਤੇ ਚੁੱਕ ਕੇ ਤੁਰਨਾ ਮੈਲ ਚੰਗਾ ਕੰਮ ਥੋੜਾ ਹੈ।
ਪੋਜ਼ਿਟਿਵ ਬੋਲੋ, ਚੰਗੀ ਗੱਲ ਕਰੋ, ਕਿਸੇ ਦੇ ਭਲੇ ਦੀ ਗੱਲ ਕਰੋ, ਸਕਾਰਾਤਮਕ ਕਰੋ, ਗੁਰਬਾਣੀ ਦੇ ਸਿਧਾਂਤਾਂ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਇਹ ਗੱਲ ਕਰੋ। ਤੇ ਤੀਜੀ ਗੱਲ ਕਹਿ ਰਹੇ ਨੇ ਰਹਿਤ। ਰਹਿਤ ਦਾ ਮਤਲਬ ਰਹਿਤ ਰੱਖਦੇ ਆ, ਰਹਿਣੀ ਵਿੱਚ ਰਹਿੰਦੇ ਆ, ਇਹ ਸੱਚ ਨੂੰ ਇੰਪਲੀਮੈਂਟ ਕਰਦੇ ਆ। ਗਤ ਪਾਵੋ ਦਾ ਮਤਲਬ ਉੱਚੀ ਆਤਮਿਕ ਅਵਸਥਾ ਪਾ ਲੋਗੇ, ਵਿਕਾਰਾਂ ਤੋਂ ਰਹਿਤ ਹੋ ਜਾਓਗੇ, ਮੁਕਤੀ ਪਾ ਲੋਗੇ, ਰੱਬ ਨੂੰ ਪਾ ਲੋਗੇ, ਰੱਬ ਦੇ ਅੰਦਰ ਸਮਾ ਜਾਓਗੇ। ਦੇਖੋ ਕਿੰਨਾ ਸੌਖਾ ਕੰਮ ਹੈ। ਇੱਥੇ ਨਾ ਕੋਈ ਸਮਾਧੀ ਲਾਉਣ ਦੀ ਲੋੜ, ਨਾ ਮੈਡੀਟੇਸ਼ਨ ਕਰਨ ਦੀ ਲੋੜ, ਨਾ ਮਾਲਾ ਫੇਰਨ ਦੀ ਲੋੜ, ਨਾ ਭੋਰਿਆਂ ਵਿੱਚ ਵੜਨ ਦੀ ਲੋੜ, ਨਾ ਪਹਾੜਾਂ ਤੇ ਚੜਨ ਦੀ ਲੋੜ, ਨਾ ਜਲ ਧਾਰਾਵਾਂ ਕਰਨ ਦੀ ਲੋੜ, ਨਾ ਤਪੱਸਿਆ, ਨਾ ਵਰਤਨ ਰਾਤ ਤੇ ਸਰਾਧ, ਕੁਛ ਵੀ ਨਹੀਂ। ਕਿੰਨਾ ਸਿੰਪਲ ਕੰਮ। ਸੁਨਤ ਕਹਿਤ ਰਹਿਤ ਗਤ ਪਾਵੋ, ਪ੍ਰਭੂ ਦੇ ਗੁਣ, ਰੱਬ ਦੀ ਰਜ਼ਾ ਪਾਣਾ, ਗੁਰੂ ਦੀ ਪਾਵਨ ਬਾਣੀ ਸੁਣਦਿਆਂ, ਕਹਿੰਦਿਆਂ ਔਰ ਰਹਿਣੀ ਰਹਿਤ ਰੱਖਦਿਆਂ ਉੱਚੀ ਆਤਮਿਕ ਅਵਸਥਾ ਪਾ ਲਵੋਗੇ। ਸਾਰ ਭੂਤ ਸਤ ਹਰ ਕੋ ਨਾਉ। ਇੱਥੇ ਭੂਤ ਸ਼ਬਦ ਦਾ ਅਰਥ ਹੈ ਪਦਾਰਥ। ਭੂਤ ਸ਼ਬਦ ਗੁਰਬਾਣੀ ਦੇ ਅੰਦਰ ਕਈ ਅਰਥਾਂ ਦੇ ਅੰਦਰ ਵਰਤਿਆ ਹੋਇਆ ਮਿਲਦਾ ਹੈ। ਭੂਤ ਸ਼ਬਦ ਤੱਤ ਨੂੰ ਵੀ ਕਹਿੰਦੇ ਨੇ, ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਨੂੰ ਵੀ ਕਹਿੰਦੇ ਨੇ। ਪੰਜ ਭੂਤ ਸੱਚ ਪੈ ਰਾਤੇ। ਤੇ ਭੂਤ ਕਈ ਲੋਕ ਪ੍ਰੇਤ ਆਤਮਾਵਾਂ ਨੂੰ ਕਹਿੰਦੇ ਨੇ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ। ਰੂਪ ਜਿਹਾ ਸਮਾਨ ਵਾਂਗ ਵੀ ਕਹਿੰਦੇ ਨੇ, ਸਾਰ ਭੂਤ ਸਤ ਹਰ ਕੋ ਨਾਉ। ਹਸਤੀ ਨੂੰ ਵੀ ਕਹਿੰਦੇ ਨੇ, ਭਾਵ ਜੀਵ ਜੋ ਹੋਂਦ ਵਿੱਚ ਆਇਆ ਹੈ, ਸਰਬ ਭੂਤ ਆਪ ਵਰਤਾਰਾ। ਲੰਘ ਚੁੱਕੇ ਸਮੇਂ ਨੂੰ ਵੀ ਭੂਤ ਕਿਹਾ ਜਾਂਦਾ ਹੈ। ਭਵ ਭੂਤ ਭਾਵ ਸਮਭਯੰ ਪਰਮੰ ਪ੍ਰਸੰਨ ਮਿਦੰ। ਤੇ ਛੇਵਾਂ ਅਰਥ ਗੁਰਬਾਣੀ ਵਿੱਚ ਭੂਤ ਦਾ ਹੈ ਤੱਤ, ਜਿਵੇਂ ਪ੍ਰithvi ਆਦਿਕ ਤੱਤ ਨੇ। ਪੰਚਮੀ ਪੰਚ ਭੂਤ ਬੇਤਾਲਾ। ਤਾਂ ਇਸ ਤਰ੍ਹਾਂ ਇੱਥੇ ਜੋ ਸ਼ਬਦ ਹੈ ਨਾ ਭੂਤ, ਇੱਥੇ ਇਹਦਾ ਅਰਥ ਹੈਗਾ ਪਦਾਰਥ। ਸਾਰ ਭੂਤ, ਸਾਰ ਦਾ ਮਤਲਬ ਸ੍ਰੇਸ਼ਟ, ਭੂਤ ਦਾ ਮਤਲਬ ਪਦਾਰਥ ਯਾਨੀ ਚੀਜ਼। ਪ੍ਰਭੂ ਦਾ ਜਿਹੜਾ ਨਾਮ ਹੈ, ਨਾਮ ਦਾ ਮਤਲਬ ਹੁਕਮ, ਸਾਰੇ ਪਦਾਰਥਾਂ ਚੋਂ ਉੱਤਮ ਪਦਾਰਥ ਹੈ। ਯਾਨੀ ਸਭ ਤੋਂ ਜੋ ਕੀਮਤੀ ਚੀਜ਼ ਹੈ ਉਹ ਹੈ ਰੱਬ ਦਾ ਹੁਕਮ, ਕਿਉਂਕਿ ਹੁਕਮ ਤੋਂ ਬਾਹਰ ਕੁਝ ਹੈ ਨਹੀਂ। ਜੋ ਕੁਝ ਵੀ ਸਾਨੂੰ ਮਿਲਿਆ ਹੈ ਇਹ ਹੁਕਮ ਦੇ ਅੰਦਰ ਮਿਲਿਆ ਹੈ। ਹੁਕਮ ਦਾ ਮਤਲਬ ਸਿਸਟਮ, ਲਾ ਆਫ ਨੇਚਰ, ਰੱਬ ਦੇ ਬਣਾਏ ਕੁਦਰਤ ਦੇ ਨਿਯਮ, ਨਿਯਮਾਵਲੀ, ਸਿਸਟਮ, ਹੁਕਮ। ਸਾਰਾ ਕੁਝ ਜੋ ਮਿਲਿਆ ਹੈ ਹੁਕਮ ਚ ਮਿਲਿਆ। ਜੇ ਸੰਸਾਰ ਦਾ ਆਕਾਰ ਜੋ ਸਾਨੂੰ ਨਜ਼ਰੀ ਪੈ ਰਿਹਾ ਨਾ, ਇਹ ਹੁਕਮ ਕਿਸੇ ਸਿਸਟਮ ਦੇ ਵਿੱਚ ਬਣਿਆ ਹੈ, ਕਿਸੇ ਸਿਸਟਮ ਵਿੱਚ ਚੱਲ ਰਿਹਾ ਹੈ, ਸਿਸਟਮ ਵਿੱਚ ਪਾਲਣਾ ਹੋ ਰਹੀ ਹੈ। ਕਿਸੇ ਸਿਸਟਮ ਦੇ ਅੰਦਰ ਹੀ ਅਜੀਵ ਜੰਤ, ਵਨਸਪਤੀ, ਪਸ਼ੂ ਪੰਛੀ ਪੈਦਾ ਹੋ ਰਹੇ ਨੇ। ਜੇ ਮੈਂ ਬੋਲ ਰਿਹਾ ਤੇ ਸਿਸਟਮ ਦੇ ਵਿੱਚ ਬੋਲ ਰਿਹਾ, ਜੇ ਗਲੇ ਦਾ ਸਿਸਟਮ ਖਰਾਬ ਹੋ ਜਾਏ, ਨਹੀਂ ਬੋਲ ਪਾਵਾਂਗਾ ਨਾ। ਤਾਂ ਸਭ ਤੋਂ ਜੇ ਉੱਤਮ ਕੋਈ ਚੀਜ਼ ਹੈ ਕੀਮਤੀ, ਤਾਂ ਉਹ ਹੈ ਪ੍ਰਭੂ ਦਾ ਨਾਉ। ਨਾਉ ਦਾ ਮਤਲਬ ਹੁਕਮ, ਰਜ਼ਾ ਪਾਣਾ। ਇਹਨੂੰ ਸਮਝਣ ਦੀ ਲੋੜ ਹੈ, ਇਹਨੂੰ ਅਪਣਾਉਣ ਦੀ ਲੋੜ ਹੈ। ਹੋਰ ਆਵਰਤਨ, ਰਾਤੇ, ਸਰਾਧ ਵਗੈਰਾ ਜੋ ਅਸੀਂ ਰੋਜ਼ ਇਹਨਾਂ ਦੀ ਗਿਣਤੀ ਕਰਦੇ ਹਾਂ, ਉਹਨਾਂ ਦੀ ਕੋਈ ਟੁੱਟੀ ਦੁਆਨੀ ਵੀ ਵੈਲਿਊ ਨਹੀਂ ਹੈ। ਸਭ ਤੋਂ ਸ੍ਰੇਸ਼ਟ ਕੋਈ ਕੀਮਤੀ ਚੀਜ਼ ਹੈ ਨਾ, ਤਾਂ ਉਹ ਪ੍ਰਭੂ ਦਾ ਹੁਕਮ, ਰੱਬ ਦੇ ਗੁਣ ਨੇ। ਸਾਰ ਭੂਤ ਸਤ ਹਰ ਕੋ ਨਾਉ, ਸਹਿਜ ਸੁਭਾਏ ਨਾਨਕ ਗੁਣ ਗਾਓ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਹਿਜ ਦਾ ਮਤਲਬ ਆਤਮਿਕ ਅਡੋਲਤਾ, ਤੇ ਸੁਭਾਏ ਦਾ ਮਤਲਬ ਪ੍ਰੇਮ ਦੇ ਨਾਲ, ਸੋਹਣਾ ਪ੍ਰੇਮ। ਭਾਏ ਦਾ ਮਤਲਬ ਪ੍ਰੇਮ, ਸੁਭਾਏ ਦਾ ਮਤਲਬ ਸ੍ਰੇਸ਼ਟ ਪ੍ਰੇਮ, ਪ੍ਰੇਮ ਵਿੱਚ ਗੜੂੰਦ ਹੋ ਕੇ, ਆਤਮਿਕ ਅਡੋਲਤਾ ਵਿੱਚ ਟਿਕ ਕੇ ਪ੍ਰੇਮ ਦੇ ਨਾਲ ਪ੍ਰਭੂ ਦੇ ਗੁਣ ਗਾਓ। ਆਤਮਿਕ ਅਡੋਲਤਾ ਵਿੱਚ ਟਿਕ ਕੇ ਪ੍ਰੇਮ ਦੇ ਨਾਲ ਗੁਣ ਗਾਣੇ ਨੇ। ਗੁਣ ਗਾਣ ਦਾ ਮਤਲਬ ਉਹਨਾਂ ਨੂੰ ਅਪਣਾਣਾ। ਤੇ ਆਤਮਿਕ ਅਡੋਲਤਾ ਦਾ ਮਤਲਬ ਹੁੰਦਾ ਹੈ ਮਨ, ਬਚਨ ਔਰ ਕਰਮ ਦੀ ਇਕਸਾਰਤਾ। ਦੇਖੋ ਗੁਣਾਂ ਦੀ ਗੱਲ ਤੇ ਅਸੀਂ ਆਮ ਲੋਕ ਕਰ ਰਹੇ ਨੇ, ਮੈਂ ਵੀ ਕਰ ਰਿਹਾ, ਤੁਸੀਂ ਵੀ, ਹੋਰ ਵੀ ਲੋਕ ਕਰ ਰਹੇ ਨੇ। ਜ਼ਬਾਨ ਨਾਲ ਹਰ ਬੰਦਾ ਗੁਣਾਂ ਦੀ ਗੱਲ ਕਰ ਰਿਹਾ ਹੈ, ਪਰ ਸੋਚ ਦੇ ਵਿੱਚ ਨਹੀਂ, ਵਿਹਾਰ ਦੇ ਵਿੱਚ ਨਹੀਂ। ਤਾਂ ਇਕੱਲੇ ਗੁਣਾਂ ਦੀ ਗੱਲ ਕਰਨ ਦੇ ਨਾਲ ਫਿਰ ਗੱਲ ਨਹੀਂ ਨਾ ਬਣੇਗੀ। ਸੋਚ ਵਿੱਚ ਵੀ ਚਾਹੀਦੇ ਨੇ, ਵਿਹਾਰ ਵਿੱਚ ਵੀ ਚਾਹੀਦੇ ਨੇ। ਇਹਨੂੰ ਕਹਿੰਦੇ ਨੇ ਸਹਿਜ। ਮਨ
बचन और कर्म की इकसारता, सोच भी साफ सुथरी, बोल भी साफ सुथरे, विहार भी साफ सुथरा। सोच विच भी गुण, विहार विच भी गुण, बोलां विच भी गुण, ते नाल प्रेम। प्रेम ਇਹ ਨਹੀਂ ਜੇ ਕਿਸੇ ਦਾ ਕੋਈ ਭਲਾ ਕੀਤਾ ਥੋੜਾ ਤੇ ਨਾਲ ਉਹਨੂੰ ਚਾਰ ਗਾਲਾਂ ਕੱਢੋ, ਐਵੇਂ ਨਹੀਂ। ਪ੍ਰੇਮ ਜ਼ਿੰਦਗੀ ਦੇ ਅੰਦਰ ਰੱਬ ਦੇ ਨਾਲ, ਗੁਣਾਂ ਦੇ ਨਾਲ ਪ੍ਰੇਮ ਹੋਵੇ। ਪ੍ਰੇਮ ਦੇ ਨਾਲ ਆਤਮਿਕ ਅਡੋਲਤਾ ਦੇ ਅੰਦਰ ਟਿਕ ਕੇ ਰੱਬੀ ਗੁਣਾਂ ਦੇ ਧਾਰਨੀ ਹੋਵੋ, ਜੀਵਨ ਬਦਲ ਜਾਏਗਾ। ਦੇਖੋ ਹਰ ਪੰਕਤੀ ਵਿੱਚ ਕਿੰਨਾ ਮਹਾਨ ਉਪਦੇਸ਼ ਹੈ, ਕਿੰਨੇ ਸੌਖੇ ਢੰਗ ਦੇ ਨਾਲ ਸਮਝਾਇਆ ਹੈ, ਕਿੰਨਾ ਮਹਾਨ ਇਹ ਜੀਵਨ ਹੋ ਸਕਦਾ ਹੈ ਹਰ ਇਨਸਾਨ ਦਾ ਜੇ ਬੰਦਾ ਟਰਾਈ ਕਰੇ। ਗੁਣ ਗਾਵਤ ਤੇਰੀ ਉਤਰਸ ਮੈਲ, ਹੁਣ ਗੁਣ ਗਾਨ ਦਾ ਲਾਭ ਦੱਸ ਰਹਿਣਾ ਕਿ ਗੁਣਾਂ ਦੇ ਧਾਰਨੀ ਹੋਣ ਨਾਲ ਜੇ ਗੁਣਾਂ ਦੀ ਗੱਲ ਕਰਾਂਗੇ, ਗੁਣਾਂ ਨੂੰ ਅਪਣਾਵਾਂਗੇ, ਗੁਣਾਂ ਵਾਲਾ ਵਿਹਾਰ ਬਣਾਵਾਂਗੇ ਤੇ ਕੀ ਹੋਏਗਾ, ਉਹਦਾ ਰਿਜ਼ਲਟ ਕੀ ਨਿਕਲੇਗਾ। ਵਿਕਾਰਾਂ ਦੀ ਮੈਲ ਉਤਰ ਜਾਏਗੀ, ਤੇਰਾ ਅੰਦਰਲਾ ਚਮਕ ਪਵੇਗਾ, ਤੇਰੇ ਅੰਦਰ ਗੁਣਾਂ ਦਾ ਪ੍ਰਕਾਸ਼ ਹੋ ਜਾਏਗਾ, ਮੈਲ ਉਤਰ ਜਾਏਗੀ। ਤੇ ਇਸ ਗੁਣਾਂ ਦੀ, ਅਵਗੁਣਾਂ ਦੀ ਮੈਲ ਕਰਕੇ ਹੀ ਬੰਦਾ ਦੁਖੀ ਹੈ ਨਾ। ਅਵਗੁਣਾਂ ਦੀ ਮੈਲ ਕਰਕੇ ਬੰਦਾ ਦੁਖੀ। ਅਸੀਂ ਹੁਣ ਕਿਸੇ ਬਰਤਨ ਵਿੱਚ ਦੁੱਧ ਲੈਣ ਵਾਸਤੇ ਜਾਂਦੇ ਹਾਂ ਤੇ ਬਰਤਨ ਹੈ ਮੈਲਾ, ਉਸ ਮੈਲੇ ਬਰਤਨ ਵਿੱਚ ਦੁੱਧ ਪਵਾਉਂਦੇ ਆ, ਦੁੱਧ ਹੋ ਜਾਂਦਾ ਖਰਾਬ, ਦੁੱਧ ਗਿਆ ਬੇਕਾਰ, ਦੁੱਧ ਵਾਸਤੇ ਜੋ ਪੈਸੇ ਖਰਚੇ ਉਹ ਬੇਕਾਰ। ਤੇ ਅਸੀਂ ਉਹ ਦੁੱਧ ਡੋਲ ਦਿੱਤਾ, ਖਰਾਬ ਹੋਇਆ, ਤੇ ਉਸੇ ਬਰਤਨ ਦੇ ਮੈਲੇ ਬਰਤਨ ਵਿੱਚ ਫਿਰ ਦੁੱਧ ਲੈਣ ਦਾ, ਦੁੱਧ ਨੇ ਫਿਰ ਫਟ ਜਾਣਾ, ਖਰਾਬ ਹੋਏਗਾ ਨਾ। ਜਿਵੇਂ ਖੂਹ ਦੇ ਵਿੱਚ ਬਿੱਲੀ ਵਾਲੀ ਆਪਾਂ ਕਹਾਣੀ ਸੁਣੀ ਸੀ, ਜੇ ਬਿੱਲੀ ਖੂਹ ਦੇ ਵਿੱਚ ਪਈ ਤੇ ਬਦਬੂ ਤੇ ਰਹਿ ਗਈ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਤੱਕ ਤੇਰੀ ਵਿਕਾਰਾਂ ਦੀ ਮੈਲ ਨਹੀਂ ਉਤਰਦੀ ਉਦੋਂ ਤੱਕ ਤੂੰ ਸੁਖੀ ਔਰ ਸ਼ਾਂਤ ਨਹੀਂ ਹੋਣਾ। ਤਾਂ ਜੇ ਅਸੀਂ ਚਾਹੁੰਦੇ ਆ ਕਿ ਸਾਡੀ ਜ਼ਿੰਦਗੀ ਵਿੱਚ ਸੁੱਖ ਆਵੇ, ਖੁਸ਼ੀਆਂ ਆਉਣ, ਚੜ੍ਹਦੀ ਕਲਾ ਆਵੇ, ਤਾਂ ਉਹਦੇ ਵਾਸਤੇ ਇੱਕੋ ਹੀ ਚੀਜ਼ ਹੈ ਕਿ ਬੰਦੇ ਦੀ ਸੋਚ ਵਿੱਚ, ਵਿਹਾਰ ਵਿੱਚ ਮੈਲ ਨਹੀਂ ਹੋਣੀ ਚਾਹੀਦੀ, ਔਗਣ ਨਹੀਂ ਹੋਣੇ ਚਾਹੀਦੇ। ਤੇ ਉਸ ਔਗਣਾਂ ਦੀ ਮੈਲ ਨੂੰ ਉਤਾਰਨ ਲਈ ਕਿੰਨਾ ਸੌਖਾ ਸਾਧਨ ਦੱਸ ਰਹੇ ਨੇ। ਗੁਣ ਗਾਵਤ ਤੇਰੀ ਉਤਰਸ ਮੈਲ, ਗੁਣਾਂ ਦੇ ਧਾਰ ਨਹੀਂ ਹੋਇਆ, ਤੇਰੀ ਵਿਕਾਰਾਂ ਦੀ ਮੈਲ ਉਤਰ ਜਾਏਗੀ। ਜਿਵੇਂ ਅਸੀਂ ਰੋਜ਼ ਵਿਚਾਰ ਕਰ ਰਹੇ ਹਾਂ, ਸੱਚ ਬੋਲਾਂਗੇ ਝੂਠ ਆਪੇ ਖਤਮ ਹੋ ਜਾਣਾ ਹੈ, ਪ੍ਰੇਮ ਨਾਲ ਰਹਿਣਾ ਸ਼ੁਰੂ ਕਰਾਂਗੇ ਈਰਖਾ ਆਪੇ ਖਤਮ ਹੋ ਜਾਏਗੀ, ਪ੍ਰੇਮ ਦੇ ਨਾਲ ਵਿਹਾਰ ਕਰਾਂਗੇ ਕ੍ਰੋਧ ਆਪੇ ਮੁੱਕ ਜਾਏਗਾ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨਸ ਜਾਏ ਹਉਮੈ ਬਿਖ ਫੈਲ। ਫੈਲ ਦਾ ਮਤਲਬ ਖਲਾਰਾ, ਫੈਲਾਵ, ਫੈਲਾਵ, ਖਿਲਾਰਾ। ਹਉਮੈ ਬਿਖ, ਹਉਮੈ ਇੱਕ ਜ਼ਹਿਰ ਹੈ ਤੇ ਇਹਦਾ ਬਹੁਤ ਵੱਡਾ ਖਲਾਰਾ ਹੈ। ਜਦੋਂ ਤੇਰੇ ਅੰਦਰੋਂ ਵਿਕਾਰਾਂ ਦੀ ਮੈਲ ਉਤਰੇਗੀ ਨਾ, ਗੁਣ ਗਾਏਗਾ, ਜਿਹੜਾ ਤੇਰਾ ਹਉਮੈ ਦਾ ਬਹੁਤ ਵੱਡਾ ਖਲਾਰਾ ਹੈ ਉਹ ਵੀ ਮਿਟ ਜਾਏਗਾ। ਕਿੰਨੇ ਖਲਾਰੇ ਨੇ ਬੰਦੇ ਨੇ ਨਿੱਕੀ ਨਿੱਕੀ ਹਉਮੈ ਕਰਕੇ ਵੱਡੇ ਵੱਡੇ ਰਿਸ਼ਤੇ ਤੋੜ ਲਏ ਨੇ, ਮਿੱਤਰਤਾ ਤੋੜ ਲਈ ਹੈ, ਪਰਿਵਾਰ ਬਿਖਰ ਗਏ ਨੇ, ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰ ਰਿਹਾ। ਹਉਮੈ ਦਾ ਖਲਾਰਾ ਹੀ ਹੈ ਨਾ, ਜਿਵੇਂ ਅਸੀਂ ਪਿੱਛੇ ਵਿਸਥਾਰ ਨਾਲ ਕਰ ਚੁੱਕੇ ਹਾਂ ਵਿਚਾਰ ਹਉਮੈ ਦੀ। ਇਨਫੀਰੀਓਰਿਟੀ ਕੰਪਲੈਕਸ, ਸੁਪਰੀਓਰਿਟੀ ਕੰਪਲੈਕਸ, ਕਿੰਨਾ ਵੱਡਾ ਖਿਲਾਰਾ ਹੈ। ਇਨਫੀਰੀਓਰਿਟੀ ਕੰਪਲੈਕਸ ਕਰਕੇ ਕਿੰਨੇ ਸਾਰੇ ਮਾਨਸਿਕ ਰੋਗ ਪੈਦਾ ਹੋ ਗਏ ਨੇ, ਕਿੰਨੇ ਸਾਰੇ ਲੋਕ ਜੀਵਨ ਦੇ ਅੰਦਰ ਸਫਲਤਾ ਤੋਂ ਵਾਂਝੇ ਰਹਿ ਗਏ ਨੇ ਇਨਫੀਰੀਓਰਿਟੀ ਕੰਪਲੈਕਸ ਕਰਕੇ। ਤੇ ਕਿੰਨੇ ਸਾਰੇ ਐਸੇ ਲੋਕ ਸੁਪਰੀਓਰਿਟੀ ਕੰਪਲੈਕਸ ਕਰਕੇ ਆਪਣੀ ਜੀਵਨ ਦੇ ਵਿੱਚ ਖੁਸ਼ੀਆਂ ਤੋਂ ਵਾਂਝੇ ਰਹਿ ਗਏ ਨੇ, ਕਿੰਨੇ ਰਿਸ਼ਤੇ ਤੋੜ ਬੈਠੇ ਨੇ, ਕਿੰਨੇ ਭੈਣਾਂ ਭਰਾਵਾਂ ਤੋਂ ਦੂਰ ਹੋ ਗਏ ਨੇ, ਸੱਜਣਾ ਮਿੱਤਰਾਂ ਤੋਂ ਦੂਰ ਹੋ ਗਏ ਨੇ। ਤਾਂ ਗੁਰੂ ਜੀ ਕਹਿੰਦੇ ਨੇ ਗੁਣ ਗਾ, ਗੁਣਾਂ ਦਾ ਧਾਰਨੀ ਹੋ, ਤੇਰੇ ਅੰਦਰੋਂ ਵਿਕਾਰਾਂ ਦੀ ਮੈਲ ਖਤਮ ਹੋ ਜਾਏਗੀ ਤੇ ਜਿਹੜੇ ਹਉਮੈ ਦੇ ਖਿਲਾਰੇ ਨੇ ਨਾ ਉਹ ਵੀ ਤੇਰੇ ਮੁੱਕ ਜਾਣਗੇ, ਹਉਮੈ ਦਾ ਰੋਗ ਵੀ ਤੇਰਾ ਮੁੱਕ ਜਾਏਗਾ, ਤੂੰ ਰੱਬ ਦੇ ਅੰਦਰ ਸਮਾ ਜਾਏਗਾ। ਹੋਹੇ ਅਚਿੰਤ ਬਸੈ ਸੁਖ ਨਾਲ, ਤੂੰ ਪ੍ਰਭੂ ਦੇ ਨਾਲ ਬੇਫਿਕਰ ਹੋ ਕੇ ਵਸੇਗਾ, ਬੇਫਿਕਰ ਹੋ ਜਾਏਗਾ ਤੇ ਤੇਰਾ ਜੀਵਨ ਸੁਖ ਦੇ ਨਾਲ ਬਤੀਤ ਹੋਏਗਾ। ਹੋਹੇ ਅਚਿੰਤ, ਚਿੰਤਾ ਤੋਂ ਰਹਿਤ ਹੋ ਜਾਏਗਾ, ਬਸੈ ਸੁਖ ਨਾਲ, ਸੁਖ ਦੇ ਨਾਲ ਤੂੰ ਵਸੇਗਾ, ਚਿੰਤਾਵਾਂ ਮੁੱਕ ਜਾਣਗੀਆਂ, ਸੁਖ ਤੇਰੀ ਜ਼ਿੰਦਗੀ ਵਿੱਚ ਆ ਜਾਣਗੇ। ਜੇਕਰ ਜਾਣੇ ਅਣਜਾਣੇ ਕੁਝ ਗਲਤ ਕਰ ਬੈਠੇ ਹਾਂ
ਔਗਣ ਅੰਦਰ ਹੈ ਨੇ, ਜਿਹਦੇ ਕਰਕੇ ਸਾਡੀ ਜ਼ਿੰਦਗੀ ਵਿੱਚ ਚਿੰਤਾਵਾਂ, ਝੋਰੇ ਕਾੜੇ, ਅੰਦੇਸ਼ੇ, ਫਿਕਰ ਨੇ, ਤਾਂ ਜੇ ਗੁਣਾਂ ਦੀ ਧਾਰਨੀ ਹੋਈਏ ਤਾਂ ਉਹ ਮਿਟ ਸਕਦੇ ਨੇ। ਦੁਨੀਆ ਦੀ ਕੋਈ ਐਸੀ ਸਮੱਸਿਆ ਨਹੀਂ ਜਿਹਨੂੰ ਹੱਲ ਨਹੀਂ ਕੀਤਾ ਜਾ ਸਕਦਾ। ਦੁਨੀਆ ਦੀ ਕੋਈ ਐਸੀ ਚਿੰਤਾ ਫਿਕਰ ਨਹੀਂ ਕਿ ਨਹੀਂ ਮਿਟਾਇਆ ਜਾ ਸਕਦਾ, ਮਿਟ ਸਕਦੀਆਂ ਨੇ। ਜੇ ਬੰਦਾ ਗੁਣਾਂ ਦਾ ਧਾਰਨੀ ਹੋਏ, ਤੇਰੀ ਜ਼ਿੰਦਗੀ ਚੋਂ ਚਿੰਤਾਵਾਂ ਮਿਟ ਜਾਣਗੀਆਂ, ਤੂੰ ਸੁੱਖਾਂ ਦੇ ਨਾਲ ਬਾਕੀ ਦੀ ਜ਼ਿੰਦਗੀ ਬਿਤਾਏਗਾ। ਇਸ ਲਈ ਕਰਨਾ ਕੀ ਹੈ? ਸਾਸ ਗ੍ਰਾਸ ਹਰ ਨਾਮ ਸੰਭਾਲ। ਗ੍ਰਾਸ ਦਾ ਮਤਲਬ ਖਾਂਦਿਆਂ ਗਰਾਈ, ਸਾਹ ਦਾ ਮਤਲਬ ਸਾਹ ਲੈਂਦਿਆਂ, ਦਮ ਬਦਮ ਹਰ ਵਕਤ ਰੱਬ ਨੂੰ ਯਾਦ ਰੱਖ। ਰੱਬ ਨੂੰ ਯਾਦ ਰੱਖਣ ਦਾ ਮਤਲਬ ਤੇਰੀ ਯਾਦ ਵਿੱਚ ਰੱਬ ਦੇ ਗੁਣ ਹੋਣ, ਰੱਬ ਦੀ ਰਜ਼ਾ ਦੇ ਅੰਦਰ ਤੂੰ ਜੀਵੇਂ, ਖਾਂਦਿਆਂ ਪੀਂਦਿਆਂ, ਉੱਠਦਿਆਂ ਸੌਂਦਿਆਂ, ਜਾਗਦਿਆਂ, ਤੁਰਦਿਆਂ ਫਿਰਦਿਆਂ, ਜੀਵਨ ਬਤੀਤ ਕਰਦਿਆਂ ਰੱਬੀ ਗੁਣ ਯਾਦ ਹੋਣ। ਇਹਨਾਂ ਨੂੰ ਸੰਭਾਲਦਾ ਰਹੋ, ਇਹਨਾਂ ਨੂੰ ਯਾਦ ਦੇ ਵਿੱਚ ਟਿਕਾਈ ਰੱਖ। ਗੁਣਾਂ ਵਾਲੀ ਜ਼ਿੰਦਗੀ ਜੀਵੀ ਜਾ, ਤਾਂ ਤੇਰਾ ਜੀਵਨ ਕਿੰਨਾ ਮਹਾਨ ਹੋ ਜਾਏਗਾ। ਛਾੜ ਸਿਆਣਪ ਸਗਲੀ ਮਨਾ। ਹੁਣ ਇੱਥੇ ਸਿਆਣਪ ਦਾ ਮਤਲਬ ਹੈ ਚਤੁਰਾਈ। ਇੱਕ ਸਿਆਣਪ ਹੁੰਦੀ ਨਾ ਅਕਲ, ਇਹਦਾ ਮਤਲਬ ਇਹ ਨਹੀਂ ਵੀ ਅਕਲ ਕਰਨੀ ਛੱਡ ਦੇਣੀ ਹੈ, ਅਕਲ ਦੀ ਵਰਤੋਂ ਕਰਨੀ ਹੈ। ਅਕਲ ਤੋਂ ਬਿਨਾ ਇਹ ਜੀਵਨ ਵਿਅਰਥ ਹੈ। ਬੇਅਕਲੀਆਂ ਕਰਕੇ ਹੀ ਬੰਦੇ ਨੇ ਆਪਣੇ ਜੀਵਨ ਨੂੰ ਨੁਕਸਾਨਦਾਇਕ ਬਣਾਇਆ ਹੋਇਆ ਹੈ, ਦੁਖਦਾਈ ਬਣਾ ਲਿਆ ਹੈ। ਇੱਥੇ ਸਿਆਣਪ ਦਾ ਮਤਲਬ ਚਤੁਰਾਈਆਂ। ਛਾੜ ਸਿਆਣਪ ਸਗਲੀ ਮਨਾ। हे ਮੇਰੀ ਮਨ, ਆਪਣੀ ਸਾਰੀ ਚਤੁਰਾਈ ਛੱਡ ਦੇ, ਚਲਾਕੀਆਂ ਛੱਡ ਦੇ। ਹੁਣ ਚਤੁਰਾਈ ਕੀ ਹੈ? ਸਿੰਪਲ ਗੱਲ ਹੈ, ਅੰਦਰੋਂ ਹੋਰ ਹੋਣਾ ਤੇ ਬਾਹਰੋਂ ਹੋਰ ਹੋਣਾ ਚਤੁਰਾਈਆਂ ਹੀ ਨੇ ਨਾ। ਠੱਗੀਆਂ ਮਾਰਨੀਆਂ, ਇਮੋਸ਼ਨਲ ਬਲੈਕਮੇਲ ਕਰਨਾ, ਕਿਤੇ ਇੱਕ ਦੂਜੇ ਦੇ ਅੰਦਰ ਦੰਗਾ ਫਸਾਦ ਕਰਾ ਦੇਣਾ, ਲੜਾਈਆਂ ਕਰਾ ਦੇਣੀਆਂ, ਜਿਹਨੂੰ ਅਸੀਂ ਕਹਿੰਦੇ ਪਿਆ ਬੰਦਾ ਤੇ ਤੀਲੀ ਬਾਲਦਾ ਫਿਰਦਾ ਹੈ, ਨਾਰਦ ਮੁਨੀ ਹੈ, ਕਈ ਸਾਰੇ ਨਾਮ ਦਿੱਤੇ ਜਾਂਦੇ ਨੇ। ਇਹਨਾਂ ਚਲਾਕੀਆਂ ਨੂੰ ਛੱਡ ਦਿਓ, ਸਿੰਪਲ ਸਾਧਾਰਨ ਸੱਚੀ ਜ਼ਿੰਦਗੀ ਜੀਵੋ। ਝੂਠ ਨੂੰ ਝੂਠ ਕਹੋ, ਸੱਚ ਨੂੰ ਸੱਚ ਕਹੋ, ਅੰਦਰੋਂ ਬਾਹਰੋਂ ਇੱਕ ਹੋਵੋ, ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਹੋਵੋ। ਚਲਾਕੀਆਂ ਛੱਡ ਦਿਓ। ਚਲਾਕੀਆਂ ਨੇ ਨਾ, ਬੰਦਾ ਧਰਮ ਦੇ ਨਾਮ ਤੇ ਕਿੰਨੀਆਂ ਚਲਾਕੀਆਂ ਕਰ ਰਿਹਾ ਨਾ, ਕਿ ਸ਼ਾਇਦ ਰੱਬ ਅੱਗੇ ਇੱਕ ਗਮਲਾ ਫੁੱਲਾਂ ਦਾ ਚੜਾਵਾਂ, ਰੱਬ ਖੁਸ਼ ਹੋ ਜਾਏਗਾ। ਤੇ ਉਹ ਗਮਲਾ ਫੁੱਲ ਭਾਵੇਂ ਲੋਕਾਂ ਦੇ ਚੋਰੀ ਤੋੜ ਕੇ ਲਿਆਂਦੇ ਹੋਣ ਕਿਸੇ ਦੇ ਬਾਗ ਚੋਂ। ਹੁਣ ਕਿਸੇ ਦੇ ਬਾਗ ਚੋਂ, ਕਿਸੇ ਦੇ ਪਾਰਕ ਵਿੱਚੋਂ ਚੋਰੀ ਫੁੱਲ ਤੋੜ ਕੇ ਤੇ ਲਿਆ ਕੇ ਕੋਈ ਗੁਰਦੁਆਰੇ, ਮੰਦਿਰ, ਮਸੀਤ ਤੇ ਚੜਾ ਦੇਵੇ, ਤੇ ਉਹਦੇ ਨਾਲ ਕਿੰਨਾ ਕੁ ਉਹਨੂੰ ਲਾਭ ਹੋ ਸਕਦਾ ਹੈ। ਜਦੋਂ ਫੁੱਲ ਤੋੜ ਰਿਹਾ ਸੀ ਰੱਬ ਨੇ ਉਦੋਂ ਵੇਖਿਆ ਨਾ ਹੋਵੇਗਾ। ਜੇ ਹੁਣ ਕੋਈ ਕਵੇ ਕਿ ਮੈਂ ਦਾਨ ਦੇ ਦਿਆਂ ਤੇ ਦਾਨ ਦੇ ਕੇ ਰੱਬ ਨੂੰ ਖੁਸ਼ ਕਰ ਲਵਾਂ, ਤੇ ਲੋਕਾਂ ਦੇ ਵਿੱਚ ਤਾਂ ਨਾਮ ਮਸ਼ਹੂਰ ਕਰ ਲਵੇਗਾ ਵੀ ਇਹਨੇ 10,000, 20,000 ਜਾਂ ਲੱਖ, 2 ਲੱਖ ਪਾਉਂਡ, ਕਰੋੜ, 2 ਕਰੋੜ ਰੁਪਇਆ ਇੰਡੀਆ ਦਾ ਦਾਨ ਕੀਤਾ ਹੈ। ਲੇਕਿਨ ਰੱਬ ਨੂੰ ਤੇ ਪਤਾ ਨਾ ਵੀ ਠੱਗੀਆਂ ਵੀ ਮਾਰੀਆਂ ਨੇ। ਉਹ ਠੱਗੀਆਂ ਜਿਹੜੀਆਂ ਨੇ ਉਹ ਚਲਾਕੀ ਹੋ ਗਈ ਨਾ, ਵੀ ਠੱਗੀ ਮਾਰ ਕੇ, ਰਿਸ਼ਵਤ ਲੈ ਕੇ, 2 ਨੰਬਰ ਦੇ ਧੰਦੇ ਕਰਕੇ ਤੇ ਉਹਦੇ ਵਿੱਚੋਂ ਦਾਨ ਦੇ ਕੇ ਤੇ ਦਾਨੀ ਸਾਬਤ ਹੋਣਾ, ਇਹਨੂੰ ਕਹਿੰਦੇ ਨੇ ਚਲਾਕੀ। ਇਹਦਾ ਮਤਲਬ ਇਹ ਨਹੀਂ ਕਿ ਬੰਦਾ ਭਲੇ ਪਾਸੇ ਖਰਚੇ ਨਾ। ਗੱਲ ਇਹ ਹੈ ਕਿ ਉਹਦੀ ਕਮਾਈ ਦਾ ਜਿਹੜਾ ਸਾਧਨ ਨਾ ਉਹ ਸੱਚਾ ਸੁੱਚਾ ਹੋਣਾ ਚਾਹੀਦਾ, ਕਿਰਤ ਵੀ ਸੱਚੀ ਹੋਵੇ। ਕਿਰਤ ਸੱਚੀ ਨਹੀਂ ਤੇ ਦਾਨੀ ਬਣਿਆ ਫਿਰਦਾ ਹੈ। ਧਾਰਮਿਕ ਪਹਿਨਾਵਾ ਮੇਰੀ ਤਰ੍ਹਾਂ ਪਹਿਨਿਆ ਹੈ, ਪਰ ਧਰਮ ਵਾਲੀ ਜ਼ਿੰਦਗੀ ਦੇ ਵਿੱਚ ਕੋਈ ਗੱਲ ਨਹੀਂ, ਨਾ ਬੋਲ ਬਾਣੀ ਨਾ ਵਿਹਾਰ। ਇਹਨੂੰ ਚਲਾਕੀਆਂ ਕਹਿੰਦੇ ਨੇ। ਤਾਂ ਇਹ ਚਲਾਕੀਆਂ ਛੱਡ, ਸਾਧ ਸੰਗ ਪਾਵੇਂ ਸੱਚ ਧਨਾ। ਗੁਰੂ ਦੇ ਚਰਨਾਂ ਦੀ ਸ਼ਰਨ ਲੈ। ਸਾਧ ਸੰਗ ਦਾ ਮਤਲਬ ਗੁਰੂ ਦੀ ਸ਼ਰਨ, ਪਾਵੇਂ ਦਾ ਮਤਲਬ ਪਾ ਲਵੇਂਗਾ, ਸੱਚ ਧਨਾ ਦਾ ਮਤਲਬ ਸੱਚ ਰੂਪੀ ਧਨ। ਜੇ ਤੂੰ ਗੁਰੂ ਦੇ ਚਰਨਾਂ ਦੀ ਸ਼ਰਨ ਲਵੇਂ ਤਾਂ ਤੈਨੂੰ ਸੱਚ ਰੂਪੀ ਧਨ ਮਿਲ ਜਾਏਗਾ। ਮਨ ਬਚਨ ਕਰਮ ਕਰਕੇ ਸੱਚਾ ਹੋ ਜਾਏਗਾ, ਸਚਿਆਰ ਹੋ ਜਾਏਗਾ, ਤੈਨੂੰ ਰੱਬ ਮਿਲ ਜਾਏਗਾ, ਤੂੰ ਰੱਬ ਦੇ ਅੰਦਰ ਸਮਾ ਜਾਏਗਾ, ਸੱਚ ਦੀ ਪ੍ਰਾਪਤੀ ਹੋ ਜਾਏਗੀ, ਉੱਚਾ ਆਚਰਨ, ਉੱਚਾ ਆਦਰਸ਼ ਮਿਲ ਜਾਏਗਾ। ਕਿਵੇਂ? ਸਾਧ ਸੰਗ, ਗੁਰੂ ਦੀ ਸ਼ਰਨ ਵਿੱਚ ਜਾਣਾ। ਆਪਣੀਆਂ ਚਲਾਕੀਆਂ ਛੱਡ ਦੇ, ਗੁਰੂ ਦੀ ਮੱਤ ਦਾ ਧਾਰਨੀ ਹੋ। ਜੇ ਅਸੀਂ ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਆਪਣੀ ਮੱਤ ਛੱਡ ਕੇ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣਾ ਸ਼ੁਰੂ ਕਰ ਦਿਓ।
ਸੱਚਾਈ ਜ਼ਿੰਦਗੀ ਵਿੱਚ ਆ ਜਾਏਗੀ। ਜਿਵੇਂ 6 ਕਰਮ ਨੇ, ਸੱਚ ਨੂੰ ਬੇਸ ਬਣਾ ਕੇ ਕਰਨਾ ਸ਼ੁਰੂ ਕਰ ਦੋ, ਜੀਵਨ ਵਿੱਚ ਸੱਚਾਈ ਆ ਜਾਏਗੀ, ਜੀਵਨ ਸੌਖਾ ਹੋ ਜਾਏਗਾ, ਝਗੜੇ ਝਾਂਜੇ ਮਿਟ ਜਾਣਗੇ, ਕਲ ਕਲੇਸ਼ ਖਤਮ ਹੋ ਜਾਣਗੇ। ਹਰ ਪੂੰਜੀ ਸੰਚ ਕਰੋ ਵਿਵਹਾਰ। ਰੱਬ ਦੇ ਗੁਣਾਂ ਦੀ ਪੂੰਜੀ ਇਕੱਠੀ ਕਰ। ਹਰ ਪੂੰਜੀ, ਪੂੰਜੀ ਦਾ ਮਤਲਬ ਜੋ ਸੰਪਰਦਾ ਹੈ, ਪ੍ਰੋਪਰਟੀ ਹੈ, ਪੈਸਾ ਹੈ, ਉਹ ਇਕੱਠੀ ਕਰ, ਗੁਣਾਂ ਦੀ ਪੂੰਜੀ। ਹੁਣ ਦੇਖੋ, ਜ਼ਿੰਦਗੀ ਜੀਣ ਵਾਸਤੇ ਸਾਨੂੰ ਪੈਸਾ ਚਾਹੀਦਾ ਨਾ। ਜੇ ਕਿਸੇ ਰਿਸ਼ਤੇਦਾਰ ਨੇ ਸਾਡੇ ਘਰ ਆਉਣਾ ਹੈ ਤਾਂ ਵੀ ਸਾਨੂੰ ਪੈਸਾ ਚਾਹੀਦਾ ਚਾਹ ਪਾਣੀ ਪਿਆਉਣ ਲਈ। ਸਿੰਪਲ ਜੇ ਅਸੀਂ ਚਾਹ ਦਾ ਕੱਪ ਤੇ 2 ਬਿਸਕੁਟ ਵੀ ਦੇਵਾਂਗੇ ਤਾਂ ਵੀ ਉਹਦੇ ਵਾਸਤੇ ਮਿੱਠੇ ਪੱਤੀ ਲਈ, ਦੁੱਧ ਲਈ ਪੈਸਾ ਚਾਹੀਦਾ ਨਾ। ਤੇ ਜਿਹੜਾ ਸਾਡੇ ਕੋਲ ਮਿਲਣ ਆ ਰਿਹਾ ਉਹਨੂੰ ਵੀ ਪੈਸਾ ਚਾਹੀਦਾ। ਉਹਨੇ ਕਿਰਾਇਆ ਤੇ ਖਰਚ ਕੀ ਆਉਣਾ ਨਾ, ਕਾਰ ਤੇ, ਮੋਟਰਸਾਈਕਲ, ਸਕੂਟਰ ਤੇ, ਜਾਂ ਜਿਵੇਂ ਵੀ ਆਏਗਾ ਖਰਚ ਕੇ ਆਏਗਾ ਨਾ। ਯਾਨੀ ਸਾਨੂੰ ਮਿਲਵਰਤਨ ਵਾਸਤੇ ਵੀ ਪੈਸਾ ਚਾਹੀਦਾ ਨਾ ਜ਼ਿੰਦਗੀ ਜੀਣ ਲਈ। ਜੇ ਪੈਸਾ ਨਹੀਂ ਤਾਂ ਜੀਵਨ ਕਿਵੇਂ ਜਾਏਗਾ। ਇਸੇ ਤਰ੍ਹਾਂ ਜਿਵੇਂ ਬਾਹਰੀ ਜ਼ਿੰਦਗੀ ਵਾਸਤੇ ਪੈਸਾ ਚਾਹੀਦਾ ਨਾ, ਤਾਂ ਆਤਮਿਕ ਜੀਵਨ ਵਾਸਤੇ ਵੀ ਸਾਡੇ ਕੋਲ ਇੱਕ ਪੂੰਜੀ ਹੈ। ਕਈਆਂ ਨੇ ਪੂੰਜੀ ਇਕੱਠੀ ਕੀਤੀ ਹੈ ਲੋਭ ਦੀ, ਮੋਹ ਦੀ, ਹੰਕਾਰ ਦੀ, ਕ੍ਰੋਧ ਦੀ, ਪੰਡਾ ਬੰਨੀ ਫਿਰਦੇ ਨੇ। ਕਈਆਂ ਨੇ ਕਰਮ ਕਾਂਡਾਂ ਦੀ ਪੂੰਜੀ ਬੜੀ ਇਕੱਠੀ ਕੀਤੀ ਹੈ, ਵਰਤ ਨੇ, ਨਰਾਤੇ ਨੇ, ਸਰਾਧ ਨੇ, ਪੀਰਾਂ ਦੀ ਪੂਜਾ। ਕਿਤੇ ਉਹ ਸੱਤੋ ਪੀਰ ਤੇ ਸ਼ਰਾਬ ਚੜਾਉਂਦੇ ਫਿਰਦੇ ਨੇ, ਕਿਤੇ 9 ਵਜੇ ਪੀਰ ਦੇ ਉੱਤੇ ਘੜੀਆਂ, ਤੇ ਕਿਤੇ ਜਹਾਜ਼। ਕਿੰਨੀ ਪੂੰਜੀ ਇਕੱਠੀ ਕੀਤੀ, ਵਰਤ, ਨਰਾਤੇ, ਸਰਾਧ, ਕਿੰਨੇ ਜਪ ਤਪ ਸੰਜਮ, ਮਾਲਾ ਮੂਲਾ ਫੇਰਨੀਆਂ, ਸਮਾਧੀਆਂ ਸਮੂਧੀਆਂ, ਕਿੰਨਾ ਕੁਛ ਇਕੱਠਾ ਕਰੀ ਫਿਰਦੇ ਲੋਕ। ਲੇਕਿਨ ਕੁਛ ਉਹ ਨੇ ਜਿਨ੍ਹਾਂ ਨੇ ਸੱਚ ਦੀ ਪੂੰਜੀ ਇਕੱਠੀ ਕੀਤੀ ਹੈ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਦੇ ਸ਼ੁਭ ਜਜ਼ਬੇ, ਜੋ ਰੱਬ ਦੀ ਰਜ਼ਾ ਵਿੱਚ ਤੁਰਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਰੱਬੀ ਗੁਣਾਂ ਦੀ ਪੂੰਜੀ ਇਕੱਠੀ ਕਰ ਔਰ ਵਿਵਹਾਰ ਕਰ, ਵਰਤੋਂ ਵਿੱਚ ਲਿਆ। ਰੱਬ ਦੇ ਗੁਣਾਂ ਨੂੰ ਬੇਸ ਬਣਾ ਕੇ ਆਪਣੇ ਜੀਵਨ ਦੀ ਵਰਤੋਂ ਵਿਹਾਰ ਬਣਾ। ਫਿਰ ਕੀ ਹੋਏਗਾ? ਇਹਾਂ ਸੁਖ ਦਰਗਾਹ ਜੈਕਾਰ। ਇਹਾਂ ਦਾ ਮਤਲਬ ਇੱਥੇ, ਜਿਸ ਜਗ੍ਹਾ ਤੇ ਤੂੰ ਹੁਣ ਹੈ, ਐਟ ਪ੍ਰੈਜ਼ੈਂਟ। ਦਰਗਾਹ ਜੈਕਾਰ ਦਾ ਮਤਲਬ ਸਾਰੇ ਸੰਸਾਰ ਦੇ ਅੰਦਰ ਤੇਰੀ ਜੈ ਜੈਕਾਰ ਹੋਏਗੀ, ਤੈਨੂੰ ਮਾਣ ਮਿਲੇਗਾ। ਜਿੱਥੇ ਵੀ ਜਾਏਗਾ ਉੱਥੇ ਤੈਨੂੰ ਮਾਣ ਮਿਲੇਗਾ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਿੱਥੇ ਵੀ ਜਾਏਗਾ ਉੱਥੇ ਮਾਣ ਮਿਲੇਗਾ, ਉੱਥੇ ਸਤਕਾਰ ਮਿਲੇਗਾ। ਰੇ ਰੇ ਦਰਗਾਹ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ। ਚੰਗੇ ਬੰਦੇ ਨੂੰ ਕੋਈ ਵੀ ਨਿਰਾਦਰ ਨਹੀਂ ਕਰਦਾ। ਤੇ ਜੇ ਬਾਈ ਦੀ ਵੇ ਚੰਗੇ ਬੰਦੇ ਦਾ ਕੋਈ ਨਿਰਾਦਰ ਕਰ ਵੀ ਦੇ ਨਾ, ਕਈ ਸਿਰ ਫਿਰੇ ਹੁੰਦੇ ਨੇ, ਤੇ ਫਿਰ ਚੰਗੇ ਬੰਦੇ ਤੋਂ ਦੂਜੇ ਲੋਕ ਮੁਆਫੀਆਂ ਮੰਗਦੇ ਨੇ, ਭਾਈ ਸਾਹਿਬ ਸਾਨੂੰ ਮੁਆਫ ਕਰ ਦਿਓ ਵੀਰ, ਇਹ ਪਾਗਲ ਹੈਗਾ, ਇਹਨੂੰ ਪਤਾ ਨਹੀਂ। ਕਿੰਨਾ ਲੋਕੀ ਲਾਹਨਤਾਂ ਪਾਉਂਦੇ ਨੇ। ਤਾਂ ਇਸ ਤਰ੍ਹਾਂ ਗੁਰੂ ਜੀ ਕਹਿੰਦੇ ਨੇ, ਜੇ ਤੂੰ ਰੱਬੀ ਗੁਣਾਂ ਦੀ ਪੂੰਜੀ ਇਕੱਠੀ ਕਰੇ, ਗੁਣਾਂ ਵਾਲੀ ਜ਼ਿੰਦਗੀ ਜੀਵੇਂ, ਤਾਂ ਤੈਨੂੰ ਮਾਣ ਮਿਲੇਗਾ, ਸਤਕਾਰ ਮਿਲੇਗਾ, ਸੁਖ ਮਿਲੇਗਾ। ਸਰਬ ਨਿਰੰਤਰ ਏਕੋ ਦੇਖ। ਏਕੋ ਦੇਖ ਦਾ ਮਤਲਬ ਇੱਕ ਨੂੰ ਵੇਖ। ਸਭ ਜੀਵਾਂ ਦੇ ਅੰਦਰ ਇੱਕ ਅਕਾਲ ਪੁਰਖ ਨੂੰ ਵੇਖ ਲਗਾਤਾਰ। ਨਿਰੰਤਰ ਦਾ ਮਤਲਬ ਕੰਟੀਨਿਊ। ਸਰਬ ਦਾ ਮਤਲਬ ਹਰ ਥਾਂ ਤੇ। ਹਰ ਥਾਂ ਤੇ ਇੱਕ ਨੂੰ ਵੇਖ, ਕਿਉਂਕਿ ਇੱਕੋ ਹੀ ਪਸਰਿਆ ਹੋਇਆ ਹੈ। ਜੋ ਦਿਸੈ ਸੋ ਤੇਰਾ ਰੂਪ। ਸਾਰਿਆਂ ਦੇ ਅੰਦਰ ਰੱਬ ਦੀ ਜੋਤ ਨੂੰ ਵੇਖ। ਸਭ ਮੈਂ ਜੋਤ ਜੋਤ ਹੈ ਸੋਏ, ਸਭੇ ਘਟ ਰਾਮ ਬੋਲੇ। ਦੇਖੋ, ਆਪਾਂ ਇਹ ਵਿਚਾਰ ਰੋਜ਼ ਕਰ ਰਹੇ ਹਾਂ ਕਿ ਸਾਰਿਆਂ ਦੇ ਅੰਦਰ ਰੱਬ ਨੂੰ ਵੇਖਣਾ, ਸਭ ਮੈਂ ਜੋਤ ਜੋਤ ਹੈ ਸੋਏ। ਇਹ ਪੰਕਤੀ ਸਾਨੂੰ ਯਾਦ ਤਾਂ ਸਾਰਿਆਂ ਵੀਰਾਂ ਭੈਣਾਂ ਨੂੰ ਹੈ, ਅਰਥਾਂ ਦਾ ਵੀ ਪਤਾ ਹੈ। ਪਰ ਹੁਣ ਰੱਬ ਵਰਗਾ ਪਿਆਰ ਔਰ ਵਿਹਾਰ ਕਿੰਨੇ ਕੁ ਲੋਕ ਕਰ ਰਹੇ ਨੇ, ਇਹ ਹਰ ਇੱਕ ਨੂੰ ਆਪਣਾ ਪਤਾ ਹੈ। ਭਾਈ ਮੈਨੂੰ ਆਪਣਾ ਪਤਾ ਹੈ, ਤੁਹਾਨੂੰ ਆਪਣਾ ਪਤਾ ਹੈ। ਮੈਂ ਤੁਹਾਡੇ ਬਾਰੇ ਨਹੀਂ ਨਾ ਕੁਝ ਕਹਿ ਸਕਦਾ ਵੀ ਤੁਸੀਂ ਇਹੋ ਜਿਹਾ ਵਿਹਾਰ ਨਹੀਂ ਕਰਦੇ, ਮੈਨੂੰ ਕੀ ਪਤਾ ਤੁਸੀਂ ਕਰਦੇ ਹੋ। ਤੇ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਕਰਦੇ ਹੋ ਸਕਦਾ ਨਾ ਕਰਦੇ ਹੋ, ਇਹੀ ਹਾਲ ਮੇਰਾ ਹੈ। ਤੁਸੀਂ ਮੈਨੂੰ ਇਹ ਨਹੀਂ ਨਾ ਕਹਿ ਸਕਦੇ ਕਿ ਮੈਂ ਰੱਬ ਵਰਗਾ ਪਿਆਰ ਵਿਹਾਰ ਸਾਰਿਆਂ ਨਾਲ ਕਰਨਾ, ਹੋ ਸਕਦਾ ਮੈਂ ਨਾ ਕਰਦਾ। ਇਸ ਲਈ ਜ਼ਰੂਰਤ ਹੈ ਕਿ ਉਸ ਦੇਖਣ ਦੀ, ਵਿਹਾਰ ਚੇਂਜ ਕਰਨ ਦੀ। ਇਹ ਚੀਜ਼ਾਂ ਬਿਹੇਵੀਅਰ ਦੇ ਵਿੱਚ ਲਿਆਉਣੀਆਂ ਨੇ, ਇੰਪਲੀਮੈਂਟ ਕਰਨਾ ਹੈ। ਹਰ ਥਾਂ ਦੇ ਉੱਤੇ ਇੱਕ ਨੂੰ ਵੇਖ, ਤੇ ਜਿਹੜਾ ਇੱਕ ਨੂੰ ਵੇਖੇਗਾ ਨਾ, ਉਹ ਸਭ ਤੋਂ ਪਹਿਲਾਂ ਤੇ ਆਪਣੇ ਆਪ ਦੇ ਨਾਲ ਇੱਕ ਹੋਏਗਾ, ਅੰਦਰੋਂ ਬਾਹਰੋਂ ਇੱਕ ਹੋਏਗਾ।
ਤੇ ਦੂਜਾ ਫਿਰ ਉਹਦੇ ਅੰਦਰ ਦੁਈ ਦਵੈਤ ਨਹੀਂ ਰਹੇਗਾ, ਉਹ ਵਿਹਾਰ ਸਾਰਿਆਂ ਦੇ ਨਾਲ ਇੱਕ ਕਰੇਗਾ, ਉਹਦਾ ਨਜ਼ਰੀਆ ਇੱਕ ਹੋਏਗਾ, ਉਹਦੇ ਬੋਲ ਇੱਕ ਹੋਣਗੇ। ਤੇ ਜੇ ਦੁਨੀਆ ਦਾ ਹਰ ਇਨਸਾਨ ਐਵੇਂ ਜੀਣਾ ਸ਼ੁਰੂ ਕਰ ਦੇਵੇ ਨਾ, ਤੇ ਸਾਡੀਆਂ ਸੀਮਾਵਾਂ ਦੇ ਝਗੜੇ ਦੂਜੇ ਤੀਜੇ ਸਾਰੇ ਮੁੱਕ ਸਕਦੇ ਨੇ। ਪਰ ਐਵੇਂ ਕਰੇਗਾ ਕੌਣ? ਕਹੋ ਨਾਨਕ ਜਾ ਕੇ ਮਸਤਕ ਲੇਖ, ਜਿਹਦੇ ਮਸਤਕ ਤੇ ਲੇਖ ਲਿਖੇ ਨੇ। ਹੁਣ ਮਸਤਕ ਦਾ ਮਤਲਬ ਸੋਚ, ਤੇ ਲੇਖ ਦਾ ਮਤਲਬ ਹੁਕਮ। ਜਿਨੇ ਆਪਣੇ ਮਸਤਕ ਦੇ ਅੰਦਰ, ਜਿਨੇ ਆਪਣੀ ਸੋਚ ਦੇ ਅੰਦਰ ਇਹ ਲੇਖ ਲਿਖ ਲੈਣੇ, ਕਿਹੜੇ ਲੇਖ? ਕਿ ਸਾਰਿਆਂ ਦੇ ਵਿੱਚ ਇੱਕ ਨੂੰ ਵੇਖਣਾ, ਸਾਰੇ ਥਾਵਾਂ ਤੇ ਇੱਕ ਰੱਬ ਨੂੰ ਵੇਖਣਾ। ਕਿਸੇ ਨੇ ਤੇ ਇਹ ਲੇਖ ਲਿਖ ਲਿਆ, ਤੇ ਕਿਸੇ ਨੇ ਆਪਣੇ ਅੰਦਰ ਇਹ ਲੇਖ ਲਿਖ ਲਿਆ ਵੀ ਵਰਤ ਰੱਖਣੇ ਨੇ, ਸਰਾਧ ਕਰਨੇ ਨੇ, ਨਰਾਤੇ ਕਰਨੇ ਨੇ, 2-3 ਵਾਰੀ ਬਾਬੇ ਨੂੰ ਭੋਗ ਲਵਾਉਣਾ ਹੈ, ਤੀਰਥਾਂ ਤੇ ਨਹਾਉਣਾ ਹੈ, ਸਮਾਧੀ ਲਾਣੀ, ਜਪ ਤਪ ਸੰਜਮ ਕਰਨੇ ਨੇ। ਕਿਸੇ ਨੇ ਇਹ ਲੇਖ ਲਿਖ ਲੈਣਾ। ਹੁਣ ਮਸਤਕ ਦੇ ਅੰਦਰ, ਆਪਣੇ ਦਿਮਾਗ ਵਿੱਚ, ਆਪਣੇ ਦਿਲ ਅੰਦਰ ਲੇਖ ਲਿਖ, ਜਿਨੇ ਇਹ ਲੇਖ ਲਿਖ ਲੈਣੇ, ਉਹ ਫਿਰ ਸਭ ਥਾਵਾਂ ਦੇ ਉੱਤੇ ਇੱਕ ਰੱਬ ਨੂੰ ਵੇਖਦਾ ਹੈ। ਸਭ ਥਾਵਾਂ ਦੇ ਉੱਤੇ ਇੱਕ ਰੱਬ ਨੂੰ ਵੇਖਣ ਵਾਲੇ ਲੇਖ ਆਪਣੀ ਜ਼ਿੰਦਗੀ ਵਿੱਚ ਲਿਖ, ਤੇ ਜਿਸ ਤੇ ਮਸਤਕ ਤੇ ਲੇਖ ਲਿਖੇ ਗਏ ਨੇ ਉਹ ਮਹਾਨ ਹੈ, ਉਹ ਵੱਡੇ ਭਾਗਾਂ ਵਾਲਾ ਹੈ। ਤਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਲੇਖ ਲਿਖਣੇ ਨੇ, ਜੈਸੇ ਵੀ ਕੋਈ ਲਿਖੇਗਾ, ਚਾਹੇ ਈਰਖਾ ਦਵੇਸ਼ ਵਾਲੇ ਲਿਖ ਲਓ, ਚਾਹੇ ਪਿਆਰ ਮੁਹੱਬਤ ਵਾਲੇ ਲਿਖ ਲਓ। ਹਰ ਇਵੈਂਟ ਤੋਂ ਥਾਟਸ ਪੈਦਾ ਹੁੰਦੇ ਨੇ। ਬਿਲੀਫ ਸਿਸਟਮ ਸਾਡਾ ਕਿਹੋ ਜਿਹਾ ਬਿਲੀਫ ਸਿਸਟਮ ਹੈ, ਉਹਦੇ ਤੇ ਡਿਪੈਂਡ ਕਰਾਂਗੇ। ਤੇ ਹਰ ਥਾਟਸ ਤੋਂ ਬਾਅਦ ਸਾਡੇ ਅੰਦਰ ਇਮੋਸ਼ਨਸ ਪੈਦਾ ਹੁੰਦੇ ਨੇ, ਤੇ ਹਰ ਇਮੋਸ਼ਨ ਅੱਗੇ ਦੋ ਸਾਡੇ ਸਰੀਰ ਦੇ ਵਿੱਚ ਚੀਜ਼ਾਂ ਪੈਦਾ ਕਰਦਾ ਹੈ, ਇੱਕ ਫਿਜ਼ੀਕਲੀ ਔਰ ਇੱਕ ਇਮੋਸ਼ਨਲੀ। ਸਾਡੇ ਅੰਦਰ ਕ੍ਰੋਧ ਪੈਦਾ ਹੋ ਸਕਦਾ ਹੈ, ਔਰ ਫਿਜ਼ੀਕਲੀ ਅਸੀਂ ਕੋਈ ਤੋੜ ਫੋੜ ਕਰ ਸਕਦੇ ਹਾਂ। ਤਾਂ ਇਹ ਸਾਰਾ ਕੁਝ ਜੋ ਅਸੀਂ ਆਪਣੇ ਅੰਦਰ ਵਿਚਾਰ ਪੈਦਾ ਕਰਦੇ ਹਾਂ, ਉਹਦੇ ਸਿਰ ਦੇ ਉੱਤੇ ਚੱਲਦਾ ਹੈ, ਬੇਸ ਹੈ ਨਾ ਸਾਰਾ। ਤਾਂ ਗੁਰੂ ਜੀ ਕਹਿੰਦੇ ਨੇ, ਜਿਸ ਤੇ ਮਸਤਕ ਤੇ ਜਿਸ ਨੇ ਆਪਣੇ ਹਿਰਦੇ ਅੰਦਰ ਇਹਨਾਂ ਲੇਖਾਂ ਨੂੰ ਲਿਖਿਆ, ਮਹਾਨ ਹੈ ਉਹ। ਏਕੋ ਜਪ ਏਕੋ ਸਾਲਾ ਹੈ। ਇਹਨੂੰ ਕਈ ਸਲਾਹ ਵੀ ਪੜ੍ਹਦੇ ਨੇ, ਕਈ ਆਹ ਪੜ੍ਹਦੇ ਨੇ, ਏਕੋ ਮਨ ਆਹ, ਲੇਕਿਨ ਬਹੁਤ ਸਾਰੇ ਵੀਰ ਪੈਣਾ ਸਾਲਾਹੇ ਔਰ ਆਹੇ ਵੀ ਪੜ੍ਹਦੇ ਨੇ। ਤਾਂ ਮੈਂ ਜਿਹੜਾ ਹੈ ਇਹਨੂੰ ਸਾਲਾਹੇ ਪੜ੍ਹਦਾ ਹਾਂ। ਤੇ ਜੇ ਤੁਹਾਡੇ ਵਿੱਚੋਂ ਕੋਈ ਸਾਲਾਹ ਪੜ੍ਹਦਾ ਹੈ ਤੇ ਉਹਦੇ ਨਾਲ ਮੇਰਾ ਕੋਈ ਵਿਵਾਦ ਨਹੀਂ ਹੈ, ਲੇਕਿਨ ਮੈਂ ਕਰਦਾ ਹਾਂ ਏਕੋ ਜਪ ਏਕੋ ਸਾਲਾਹ ਹੈ। ਸੱਸੇ ਦੇ ਨਾਲ ਕੰਨਾ ਬੁਲਾਣਾ ਹੈ ਕਿ ਇੱਕ ਪ੍ਰਭ ਨੂੰ ਹੀ ਜਪ ਔਰ ਇੱਕ ਪ੍ਰਭੂ ਦੀ ਹੀ ਸਿਫਤ ਸਲਾਹ ਕਰ। ਜਪ ਦਾ ਮਤਲਬ ਜਾਣ, ਸਮਝ, ਵੇਖ, ਹਰ ਥਾਂ ਦੇ ਉੱਤੇ ਸਮਝ ਕਿ ਹਰ ਥਾਂ ਦੇ ਉੱਤੇ ਇੱਕ ਰੱਬ ਹੈ। ਜਪ ਦਾ ਮਤਲਬ ਜਾਣਨਾ, ਜਾਣ ਉਹਨੂੰ। ਅਸੀਂ ਜਾਣ ਨਹੀਂ ਨਾ ਰਹੇ, ਅਪਣਾ ਨਹੀਂ ਰਹੇ। ਏਕੋ ਸਾਲਾਹੇ ਦਾ ਮਤਲਬ ਇੱਕ ਦੀ ਸਿਫਤ ਸਲਾਹ ਕਰ, ਇੱਕ ਦੇ ਗੁਣ ਗਾ। ਏਕ ਸਿਮਰ ਏਕੋ ਮਨ ਆਹੇ, ਆਹੇ ਦਾ ਮਤਲਬ ਤਾਂਗ। ਇੱਕ ਦੀ ਆਪਣੇ ਮਨ ਦੇ ਅੰਦਰ ਤਾਂਗ ਰੱਖ। ਸਿਮਰ ਦਾ ਮਤਲਬ ਯਾਦ ਕਰਨਾ, ਔਰ ਆਹੇ ਦਾ ਮਤਲਬ ਤਾਂਗ ਰੱਖਣਾ। ਇੱਕ ਨੂੰ ਯਾਦ ਰੱਖ, ਔਰ ਇੱਕ ਦੀ ਹੀ ਤਾਂਗ, ਗੁਣਾ ਦੀ ਹੀ ਤਾਂਗ ਹੋਵੇ। ਇਹ ਨਾ ਹੋਵੇ ਕਿ ਹੁਣ ਤੇ ਮੈਂ ਸਤਨਾਮ ਕਰ ਰਿਹਾ, ਨਿਰਭਉ ਨਿਰਵੈਰ ਕਰ ਰਿਹਾ, ਜਾਂ ਮੈਂ ਸੋਚ ਰਿਹਾ ਕਿ ਮੈਂ ਚੰਗਾ ਕਰਾਂ ਤੇ ਘੰਟੇ 2 ਘੰਟੇ ਬਾਅਦ ਮੈਂ ਫਿਰ ਮਾੜਾ ਕਰਾਂ। ਨਾ, ਮਾੜੀ ਤਾਂਗ ਵੀ ਨਾ ਹੋਵੇ, ਅੰਦਰ ਤਾਂਗ ਹੋਏ ਮਿਲਾਪ ਦੀ, ਕਿ ਮੈਂ ਇਹਨਾਂ ਗੁਣਾਂ ਦੇ ਅੰਦਰ ਹੀ ਆਪਣੀ ਸੁਰਤ ਨੂੰ ਲੀਨ ਕਰ ਦੇਣਾ। ਇਹ ਤਾਂਗ ਹੋਏ। ਇੱਕ ਦੀ ਤਾਂਗ, ਇੱਕ ਦੇ ਹੁਕਮ ਵਿੱਚ ਤੁਰਨ ਦੀ ਤਮੰਨਾ, ਰੀਝ, ਦਿਲੀ ਚਾਹਤ, ਔਰ ਉਸੇ ਦੇ ਗੁਣਾਂ ਨੂੰ ਯਾਦ ਕਰ। ਏਕਸ ਕੇ ਗੁਣ ਗਾਓ ਅਨੰਤ, ਇੱਕ ਪ੍ਰਭੂ ਦੇ ਹੀ ਗੁਣ ਗਾ ਜੋ ਅਨੰਤ ਹੈ, ਜਿਹਦੀਆਂ ਅਨੰਤ ਖੂਬੀਆਂ ਨੇ, ਜਿਹਦੇ ਅਨੰਤ ਗੁਣ ਨੇ। ਉਸ ਇੱਕ ਦੇ ਨਾਲ ਜੁੜ। ਤੇ ਯਾਦ ਰੱਖਣਾ, ਜਦੋਂ ਅਸੀਂ ਗੁਣ ਗਾਵਾਂਗੇ, ਗੁਣਾਂ ਬਾਰੇ ਵਿਚਾਰ ਵਟਾਂਦਰਾ ਕਰਾਂਗੇ, ਤਾਂ ਸਾਡੀ ਜ਼ਿੰਦਗੀ ਦੇ ਅੰਦਰ ਗੁਣ ਪੈਦਾ ਹੁੰਦੇ ਚਲੇ ਜਾਣਗੇ, ਔਰ ਇੱਕ ਦਿਨ ਅਸੀਂ ਗੁਣ ਗਾਉਂਦੇ ਗਾਉਂਦੇ ਗੁਣੀ ਪ੍ਰਭੂ ਦੇ ਅੰਦਰ ਸਮਾ ਜਾਵਾਂਗੇ। ਗੁਣ ਕਹੇ ਗੁਣੀ ਸਮਾਵਣਿਆ। ਜਿਸ ਚੀਜ਼ ਨੂੰ ਅਸੀਂ ਬਾਰ-ਬਾਰ ਰਿਪੀਟ ਕਰਦੇ ਹਾਂ, ਉਹ ਚੀਜ਼ ਸਾਡੇ ਅੰਦਰ ਯਾਦ ਹੋ ਜਾਂਦੀ ਹੈ, ਸਬਕੌਂਸ਼ੀਅਸ ਮਾਈਂਡ ਅੰਦਰ ਚਲੀ ਜਾਂਦੀ ਹੈ। ਤੇ ਜਦੋਂ ਅਸੀਂ ਬਾਰ-ਬਾਰ ਅਭਿਆਸ ਕਰਦੇ ਹਾਂ ਉਸ ਮੁਤਾਬਕ ਚੱਲਣ ਦਾ, ਤਾਂ ਸਾਡੀ ਆਦਤ ਬਣ ਜਾਂਦੀ ਹੈ, ਸੁਭਾਅ ਬਣ ਜਾਂਦਾ ਹੈ।
ਤਾਂ ਜੇ ਅਸੀਂ ਰੱਬੀ ਗੁਣਾਂ ਦੀ ਗੱਲ ਕਰੀਏ, ਗੁਣਾਂ ਬਾਰੇ ਬੋਲੀਏ, ਗੁਣਾਂ ਵਾਲਾ ਵਿਹਾਰ ਕਰਨ ਦੀ ਮਤਲਬ ਪ੍ਰੈਕਟਿਸ ਕਰੀਏ, ਤਾਂ ਇੱਕ ਦਿਨ ਆਏਗਾ ਜਦੋਂ ਸਾਡੇ ਅੰਦਰ ਕੇਵਲ ਔਰ ਕੇਵਲ ਗੁਣ ਹੀ ਗੁਣ ਰਹਿ ਜਾਣਗੇ। ਤੇ ਦੂਜੀ ਗੱਲ ਇਹ ਹੈ, ਉਹਦੇ ਅੰਦਰ ਅਨੰਤ ਗੁਣ ਨੇ। ਤਾਂ ਇਹ ਸਾਨੂੰ ਜੀਵਨ ਵਾਸਤੇ ਕੀ ਮਿਲ ਰਿਹਾ ਹੈ? ਸਾਡੇ ਅੰਦਰ ਅਨੰਤ ਵਿਕਾਸ ਦੀ ਸੰਭਾਵਨਾ ਹੈ। ਤੁਸੀਂ ਆਪਣੇ ਕਿਸੇ ਵੀ ਕੱਲੇ ਗੁਣ ਦਾ ਜਿੰਨਾ ਮਰਜ਼ੀ ਵਿਸਥਾਰ ਕਰ ਸਕਦੇ ਹੋ। ਇੱਕ ਗੁਣ ਦਾ ਹੀ ਕੋਈ ਅੰਤ ਨਹੀਂ। ਜਿਵੇਂ ਹੁਣ ਕੰਪਿਊਟਰ ਹੈ, ਤਾਂ ਦੇਖੋ ਕੰਪਿਊਟਰ ਦੇ ਵਿੱਚ ਕਿੰਨੇ ਸਾਰੇ ਕੋਰਸ ਨੇ। ਇੱਕ ਹੀ ਕੋਰਸ ਨੂੰ ਜੇ ਕਰੀ ਜਾਓ ਤੇ ਉਹਦਾ ਹੀ ਕੋਈ ਅੰਤ ਨਹੀਂ। ਉਹਦੇ ਵਿੱਚ ਜਿੰਨਾ ਮਰਜ਼ੀ ਗਿਆਨ ਹਾਸਲ ਕਰੀ ਜਾਓ। ਫਿਜ਼ਿਕਸ ਹੈ, ਕੈਮਿਸਟਰੀ ਹੈ, ਮੈਥ ਹੈ, ਇਤਿਹਾਸ ਹੈ, ਧਰਮ ਦੀ ਦੁਨੀਆ ਹੈ, ਪਰਿਵਾਰਕ ਦੁਨੀਆ ਹੈ, ਸਮਾਜਿਕ ਦੁਨੀਆ ਹੈ, ਸਾਇੰਸ ਦੀ ਦੁਨੀਆ ਹੈ, ਜਾਂ ਆਪਣੇ ਆ ਛੋਟੇ ਮੋਟੇ ਕੰਮ ਨੇ, ਸਬਜ਼ੀ ਭਾਜੀ ਹੈ, ਰਹਿਣ ਸਹਿਣ ਹੈ, ਬੋਲ ਚਾਲ ਹੈ। ਕਿਸੇ ਵੀ ਗੁਣ ਨੂੰ ਜਿੰਨਾ ਮਰਜ਼ੀ ਵਧਾ ਲਓ, ਕੋਈ ਅੰਤ ਥੋੜਾ ਉਹਦਾ। ਇੱਕ ਗੁਣ ਦਾ ਹੀ ਅੰਤ ਨਹੀਂ ਹੈ। ਤੇ ਫਿਰ ਅਨੰਤ ਗੁਣ ਨੇ, ਯਾਨੀ ਸਾਡੇ ਅੰਦਰ ਅਨੰਤ ਵਿਕਾਸ ਦੀ ਸੰਭਾਵਨਾ ਹੈ। ਜਦੋਂ ਗੁਣਾਂ ਦੀ ਤਾਂਘ ਕਰਾਂਗੇ, ਇੱਕ ਦੇ ਨਾਲ ਜੁੜਾਂਗੇ, ਤਾਂ ਅਸੀਂ ਇੱਕ ਦੇ ਅੰਦਰ ਸਮਾ ਜਾਵਾਂਗੇ। ਮਨ ਤਨ ਜਾਪ ਏਕ ਭਗਵੰਤ, ਮਨ ਵਿੱਚ ਵੀ ਔਰ ਤਨ ਵਿੱਚ ਵੀ, ਮਨ ਕਰਕੇ ਤਨ ਕਰਕੇ ਇੱਕ ਪ੍ਰਭੂ ਨੂੰ ਜਾਣ, ਇੱਕ ਪ੍ਰਭੂ ਨੂੰ ਸਮਝ, ਇੱਕ ਪ੍ਰਭੂ ਦੇ ਗੁਣਾਂ ਨੂੰ ਗਾ, ਮਨ ਕਰਕੇ ਤਨ ਕਰਕੇ। ਯਾਨੀ ਮਨ ਦੇ ਅੰਦਰ ਵੀ ਰੱਬੀ ਸੋਚ ਹੋਵੇ, ਗੁਣਾਂ ਵਾਲੀ ਸੋਚ ਹੋਵੇ, ਔਰ ਤਨ ਰਾਹੀਂ ਵੀ ਬੰਦਾ ਗੁਣਾਂ ਵਾਲੇ ਕੰਮ ਕਰੇ। ਸਰੀਰਕ ਜੋ ਗਿਆਨ ਇੰਦਰੇ ਨੇ, ਇਹਨਾਂ ਦੀ ਵਰਤੋਂ ਵੀ ਗੁਣਾਂ ਵਾਲੀ ਕਰੇ। ਅੱਖਾਂ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਤੱਕੇ, ਅੱਖਾਂ ਨਾਲ ਹਰ ਇੱਕ ਦੇ ਅੰਦਰ ਰੱਬ ਦੀ ਜੋਤ ਤੱਕੇ, ਹਰ ਧੀ ਭੈਣ ਨੂੰ ਆਪਣੀ ਧੀ ਭੈਣ ਸਮਝੇ, ਕੰਨਾਂ ਦੇ ਨਾਲ ਸੱਚ ਸੁਣੇ, ਜ਼ਬਾਨ ਦੇ ਨਾਲ ਸੱਚੇ ਪਿਆਰੇ ਬੋਲ ਬੋਲੇ, ਹੱਥਾਂ ਦੇ ਨਾਲ ਦਸਾਂ ਨਵਾਂ ਦੀ ਧਰਮ ਦੀ ਕਿਰਤ ਕਮਾਈ ਕਰੇ ਸੱਚੀ, ਔਰ ਕਿਸੇ ਦਾ ਸਹਿਯੋਗ ਕਰੇ, ਪੈਰਾਂ ਦੇ ਨਾਲ ਸਿੱਧੇ ਚੰਗੇ ਰਾਹਾਂ ਤੇ ਤੁਰੇ, ਮਨ ਕਰਕੇ ਸੱਚਾ ਸੋਚੇ। ਇਸੇ ਨੂੰ ਕਹਿੰਦੇ ਨੇ ਮਨ ਤਨ ਜਾਪ ਏਕ ਭਗਵੰਤ। ਏਕੋ ਏਕ ਏਕ ਹਰ ਆਪ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਭ ਥਾਈਂ ਪ੍ਰਭੂ ਆਪ ਇੱਕ ਹੀ ਇੱਕ ਹੈ। ਏਕੋ ਏਕ ਏਕ ਹਰ ਆਪ। ਏਕੋ ਏਕ ਦਾ ਮਤਲਬ ਇੱਕੋ ਇੱਕ। ਰੱਬ ਇੱਕੋ ਇੱਕ ਆਪ ਹੀ ਹੈ, ਇੱਕੋ ਇੱਕ ਆਪ ਹੈ। ਪੂਰਨ ਪੂਰ ਰਹੋ ਪ੍ਰਭ ਵਿਆਪ। ਵਿਆਪ ਦਾ ਮਤਲਬ ਵਿਆਪ ਰਿਹਾ ਹੈ, ਵਸ ਰਿਹਾ ਹੈ। ਸਭ ਜੀਵਾਂ ਦੇ ਅੰਦਰ ਉਹ ਆਪ ਹੀ ਵਸ ਰਿਹਾ ਹੈ, ਪੂਰਿਆ ਹੋਇਆ ਹੈ, ਹਰ ਇੱਕ ਦੇ ਅੰਦਰ ਵਸਿਆ ਹੋਇਆ ਹੈ, ਇੱਕੋ ਹੀ ਹੈ। ਜਿਵੇਂ ਇੱਕ ਸੋਨੇ ਤੋਂ ਹੀ ਕਈ ਗਹਿਣੇ ਬਣ ਗਏ ਨੇ, ਇੱਕ ਸੋਨੇ ਦੇ ਕਈ ਡਿਜ਼ਾਈਨ ਬਣ ਗਏ ਨੇ, ਪਰ ਹੈ ਉਹ ਸੋਨਾ ਹੀ ਹੈ। ਅਸੀਂ ਕਹਿ ਦਿੰਦੇ ਆ ਇਹ ਛਾਪ ਹੈ, ਇਹ ਛੱਲਾ ਹੈ, ਇਹ ਜੰਜੀਰੀ ਹੈ, ਇਹ ਚੂੜੀ ਹੈ, ਇਹ ਚੂੜੀ ਹੈ, ਇਹ ਕੜਾ ਹੈ, ਜਾਂ ਕੁਛ ਵੀ ਜਿੰਨੇ ਵੀ ਗਹਿਣੇ ਨੇ, ਪਰ ਹੈ ਤੇ ਸੋਨਾ ਹੀ ਨਾ। ਆਕਾਰ ਕਰਕੇ ਨਾਮ ਦਿੱਤਾ ਹੈ ਸੋਨਾ। ਇਸੇ ਤਰ੍ਹਾਂ ਰੱਬ ਸਾਰਿਆਂ ਦੇ ਵਿੱਚ ਪਰਿਪੂਰਨ ਹੈ। ਅਸੀਂ ਨਾਮ ਦਿੱਤੇ ਨੇ ਵੱਖਰੇ ਵੱਖਰੇ, ਪਹਿਚਾਨ ਵਾਸਤੇ, ਜ਼ਿੰਦਗੀ ਸੁਚਾਰੂ ਢੰਗ ਦੇ ਨਾਲ ਚੱਲੇ। ਨਾਮ ਦਿੱਤੇ ਨੇ ਸਮਝਣ ਵਾਸਤੇ, ਦੁਨੀਆ ਨੂੰ ਜੀਵਨ ਵਾਸਤੇ, ਜਿਸ ਕਰਕੇ ਅਸੀਂ ਜੋ ਚੀਜ਼ਾਂ ਯੂਜ਼ ਕਰਨੀਆਂ ਨੇ ਪਤਾ ਲੱਗੇ ਕਿ ਅਸੀਂ ਕੀ ਕਰ ਰਹੇ ਹਾਂ। ਨਿੰਮ, ਕਿੱਕਰ, ਪਿੱਪਲ ਵਗੈਰਾ ਨਾਮ ਦਿੱਤੇ ਨੇ ਆਪਣੀ ਸਹੂਲਤ ਵਾਸਤੇ। ਪਹਾੜ ਨੇ, ਨਦੀਆਂ ਨਾਲੇ ਨੇ, ਤਾਰੇ ਨੇ, ਚੰਦਰਮਾ ਨੇ, ਇਹ ਸਾਰੇ ਨਾਮ ਦਿੱਤੇ ਨੇ। ਰੱਬ ਨੂੰ ਵੀ ਬੰਦੇ ਨੇ ਨਾਮ ਦਿੱਤੇ ਨੇ। ਗੋਬਿੰਦ ਹੈ, ਗੋਪਾਲ ਹੈ, ਉਹਦੇ ਗੁਣਾ ਕਰਕੇ। ਤਾਂ ਪਰਿਪੂਰਨ ਹੈ, ਵਿਆਪ ਰਿਹਾ ਹੈ। ਅਨਿਕ ਵਿਸਥਾਰ ਏਕ ਤੇ ਪੈ। ਵਿਸਥਾਰ ਦਾ ਮਤਲਬ ਖਿਲਾਰੇ। ਜਗਤ ਦੇ ਅਨੇਕਾਂ ਖਿਲਾਰੇ ਇੱਕ ਪ੍ਰਭੂ ਤੋਂ ਹੀ ਹੋਏ ਨੇ। ਇੱਕ ਪ੍ਰਭੂ ਤੋਂ ਹੀ ਖਿਲਾਰਾ ਖਿਲ ਰਿਹਾ ਹੈ, ਇੱਕ ਹੀ ਖਿਲ ਰਿਹਾ ਹੋਇਆ ਹੈ, ਇੱਕ ਹੀ ਪਸਰਿਆ ਹੋਇਆ ਹੈ। ਪੂਰੀ ਦੁਨੀਆ ਦੇ ਅੰਦਰ ਕਿੰਨੇ ਗਹਿਣੇ ਨੇ ਸੋਨੇ ਦੇ, ਕਿੰਨੇ ਸਾਰੇ ਸੁਨਿਆਰੇ ਵੀਰ ਨੇ ਜੋ ਉਹਦੇ ਗਹਿਣੇ ਬਣਾ ਰਹੇ ਨੇ, ਕਿੰਨੇ ਡਿਜ਼ਾਈਨ ਨੇ, ਚਾਹੇ ਉਹ ਇੰਡੀਆ ਹੈ ਜਾਂ ਪਾਕਿਸਤਾਨ ਹੈ ਜਾਂ ਰਸ਼ੀਆ, ਕੈਨੇਡਾ, ਅਮਰੀਕਾ ਹੈ, ਦੇਸ਼ ਨੇ। ਇਹਨਾਂ ਸਾਰੇ ਦੇਸ਼ਾਂ ਵਿੱਚ ਸੋਨਾ ਹੈ, ਸੋਨੇ ਦੇ ਗਹਿਣੇ ਨੇ। ਇਹ ਥੋੜੀ ਹੁਣ ਦੂਜੇ ਦੇਸ਼ ਵਿੱਚ ਜਾ ਕੇ ਸੋਨਾ ਬਦਲ ਗਿਆ। ਸੋਨਾ ਤੇ ਸੋਨਾ ਹੀ ਹੈ। ਹਾਂ, ਇਹ ਗੱਲ ਵੱਖਰੀ ਵੀ ਕੋਈ ਸੋਨੇ ਵਿੱਚ ਕੋਈ ਮਿਲਾਵਟ ਕਰ ਰਿਹਾ ਹੈ,
ਉਹ ਇੱਕ ਵੱਖਰਾ ਟੌਪਿਕ ਹੈ। ਪਰ ਦੂਜੇ ਦੇਸ਼ ਵਿੱਚ ਜਾਣ ਨਾਲ ਸੋਨਾ ਥੋੜੀ, ਸੋਨਾ ਤਾਂ ਸੋਨਾ ਹੀ ਹੈ, ਕਿੰਨਾ ਖਲਾਰਾ ਹੈ। ਐਵੇਂ ਰੱਬ ਹੀ ਪਸਰਿਆ ਹੋਇਆ ਹੈ। ਇਹ ਅਨੇਕ ਵਿਸਥਾਰ ਜਿੰਨੇ ਵੀ ਖਿਲਾਰੇ ਨੇ, ਧਰਤੀ ਹੈ, ਚੰਦਰਮਾ ਹੈ, ਗ੍ਰਹਿ ਨਕਸ਼ਤਰ, ਤਾਰੇ ਸਿਆਰੇ ਸਿਤਾਰੇ ਨੇ, ਅਨੰਤ ਆਕਾਸ਼ ਗੰਗਾਵਾਂ ਨੇ, ਯੂਨੀਵਰਸ ਨੇ, ਕਈ ਮਿਲੀਅਨ ਟ੍ਰਿਲੀਅਨ ਲਾਈਟ ਈਅਰ ਤੱਕ, ਜਿੱਥੋਂ ਤੱਕ ਸਾਇੰਸ ਵੇਖ ਚੁੱਕੀ ਹੈ ਉਹਨੇ ਵੇਖਿਆ, ਪਰ ਉਸ ਤੋਂ ਅੱਗੇ ਫੈਲਿਆ ਹੋਇਆ ਹੈ, ਅੰਤ ਹੀ ਨਹੀਂ ਕੋਈ। ਇਹ ਸਾਰਾ ਇੱਕ ਦਾ ਹੀ ਖਿਲਾਰਾ ਹੈ, ਇੱਕ ਹੀ ਪਸਰਿਆ ਹੋਇਆ ਹੈ। ਏਕ ਅਰਾਧ ਪਰਾਚਿਤ ਗਏ। ਪਰਾਚਿਤ ਦਾ ਮਤਲਬ ਪਾਪ, ਗਏ ਦਾ ਮਤਲਬ ਚਲੇ ਜਾਂਦੇ ਨੇ, ਨਾਸ ਹੋ ਜਾਂਦੇ ਨੇ। ਏਕ ਅਰਾਧ ਦਾ ਮਤਲਬ ਇੱਕ ਨੂੰ ਯਾਦ ਕੀਤਿਆਂ, ਇੱਕ ਦੀ ਆਰਾਧਨਾ ਕੀਤਿਆਂ, ਇੱਕ ਨੂੰ ਆਪਣੇ ਸੁਰਤ ਵਿੱਚ ਵਸਾਇਆ, ਪਾਪ ਖਤਮ ਹੋ ਜਾਂਦੇ ਨੇ। ਜੇ ਇੱਕ ਨੂੰ ਅਸੀਂ ਸਿਮਰੀਏ, ਇੱਕ ਨੂੰ ਹਿਰਦੇ ਵਿੱਚ ਵਸਾਈਏ, ਅੰਦਰੋਂ ਬਾਹਰੋਂ ਇੱਕ ਹੋ ਜਾਈਏ, ਸਭ ਦੇ ਨਾਲ ਇੱਕ ਵਰਗਾ ਵਿਹਾਰ ਕਰੀਏ, ਹਰ ਥਾਂ ਦੇ ਉੱਤੇ ਪਸਰੇ ਹੋਏ ਰੱਬ ਨੂੰ ਵੇਖੀਏ, ਉਹਦੇ ਗੁਣਾਂ ਦੇ ਧਾਰਨੀ ਹੋਈਏ, ਤਾਂ ਸਾਰੇ ਪਾਪ ਚਲੇ ਜਾਣਗੇ। ਇੱਕ ਦੇ ਨਾਲ ਜੁੜਿਆ ਪਾਪ ਚਲੇ ਜਾਣਗੇ। ਹੁਣ ਪਾਪ ਇਹ ਹੈ ਨਾ ਕਿ ਮੈਂ ਆਪਣੇ ਵਾਸਤੇ ਹੋਰ ਸੋਚਣਾ, ਤੁਹਾਡੇ ਵਾਸਤੇ ਮਾੜਾ ਸੋਚਣਾ, ਤੇ ਪਾਪ ਹੋ ਗਿਆ। ਤੇ ਜੋ ਸੁੱਖ ਮੈਂ ਆਪਣੇ ਵਾਸਤੇ ਚਾਹਨਾ ਤੁਹਾਡੇ ਵਾਸਤੇ, ਫਿਰ ਪਾਪ ਨਹੀਂ ਨਾ, ਫਿਰ ਆਪੇ ਠੀਕ ਹੋ ਗਿਆ, ਪਾਪ ਚਲਾ ਗਿਆ, ਈਰਖਾ ਚਲੀ ਗਈ, ਵੈਰ ਵਿਰੋਧ ਖਤਮ ਹੋ ਗਏ। ਇੱਕ ਦੇ ਨਾਲ ਜੁੜਿਆ, ਇੱਕ ਰਜਾ ਦੇ ਵਿੱਚ ਜੀਵਿਆ, ਇੱਕ ਰੱਬ ਦੇ ਗੁਣ ਗਾਇਆ, ਜ਼ਿੰਦਗੀ ਦੇ ਅੰਦਰੋਂ ਪਾਪ ਚਲੇ ਜਾਂਦੇ ਨੇ। ਜੇ ਅਸੀਂ ਪਾਪ ਵਿਕਾਰ ਗਵਾਉਣਾ ਚਾਹੁੰਦੇ ਆ ਤਾਂ ਸਾਨੂੰ ਇੱਕ ਦੇ ਨਾਲ ਜੁੜਨਾ ਚਾਹੀਦਾ ਹੈ। ਮਨ ਤਨ ਅੰਤਰ ਏਕ ਪ੍ਰਭ ਰਾਤਾ। ਮਨ ਤਨ ਅੰਤਰ ਏਕ ਪ੍ਰਭ ਰਾਤਾ। ਰਾਤਾ ਦਾ ਮਤਲਬ ਰੱਤਾ ਹੋਇਆ, ਰਸਿਆ ਹੋਇਆ। ਜਿਸ ਮਨੁੱਖ ਦੇ ਮਨ ਔਰ ਸਰੀਰ ਦੇ ਅੰਦਰ ਇੱਕ ਪ੍ਰਭੂ ਪਰੋਤਾ ਹੋਇਆ ਹੈ, ਮਨ ਔਰ ਸਰੀਰ ਵਿੱਚ, ਯਾਨੀ ਜਿਸ ਦੀ ਸੋਚ ਦੇ ਅੰਦਰ ਵੀ ਰੱਬੀ ਗੁਣ ਨੇ, ਔਰ ਜੋ ਸਰੀਰਕ ਤੌਰ ਤੇ ਵੀ ਰੱਬੀ ਗੁਣਾਂ ਦੀ ਵਰਤੋਂ ਕਰ ਰਿਹਾ ਹੈ, ਸਰੀਰਕ ਤੌਰ ਤੇ ਵੀ ਰੱਬੀ ਰਜਾ ਦੇ ਵਿੱਚ ਕਰਮ ਕਰ ਰਿਹਾ ਹੈ, ਮਨ ਬਚਨ ਕਰਮ ਕਰਕੇ ਜੋ ਜੁੜਿਆ ਹੋਇਆ ਹੈ। ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਗੁਰੂ ਦੀ ਕਿਰਪਾ ਦੇ ਨਾਲ ਉਹਨੇ ਇੱਕ ਪ੍ਰਭੂ ਨੂੰ ਪਛਾਣ ਲਿਆ ਹੈ ਕਿ ਸਭ ਥਾਵਾਂ ਤੇ ਇੱਕ ਹੀ ਹੈ, ਉਹਦੇ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਉਹਨੇ ਉਹਦੀ ਪਹਿਚਾਣ ਕਰ ਲਈ ਹੈ। ਤਾਂ ਰੱਬ ਨੂੰ ਵੇਖਣਾ ਹੀ ਕਾਫੀ ਨਹੀਂ, ਰੱਬ ਦੀ ਪਛਾਣ ਹੋਣਾ ਵੀ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਕਿਸੇ ਨੂੰ ਪਛਾਣਦੇ ਨਹੀਂ ਨਾ, ਫਿਰ ਅਸੀਂ ਉਹਦੇ ਨਾਲ ਵਿਹਾਰ ਨਹੀਂ ਨਾ ਕਰਦੇ ਪਹਿਚਾਣ ਵਾਲਾ। ਹੁਣ ਅੱਜ ਕੱਲ੍ਹ ਸਾਰਿਆਂ ਨੇ ਮਾਸਕ ਲਾਏ ਨੇ, ਕਈ ਵਾਰੀ ਕੋਲੋਂ ਕੋਈ ਲੰਘਦਾ ਤੇ ਫਤਿਹ ਨਹੀਂ ਬੁਲਾ ਸਕਦੇ, ਤੇ ਜੇ ਕਹੀਏ ਕੀ ਗੱਲ ਨਾਰਾਜ਼ ਤੇ ਆਖੀਦਾਰ ਪਛਾਣੇ ਨੇ, ਹੁਣ ਮਾਸਕ ਲਾਏਗਾ ਤੇ ਹੁਣ ਇੱਕ ਤੇ ਮਾਸਕ ਵੈਸੇ ਚੜਿਆ ਹੈ ਮੂੰਹ ਤੇ, ਇਹਦੇ ਨਾਲ ਤੇ ਫਿਰ ਵੀ ਥੋੜਾ ਬਹੁਤਾ ਪਤਾ ਲੱਗ ਜਾਂਦਾ ਹੈ। ਤੇ ਜਿਨ੍ਹਾਂ ਨੇ ਸੋਚ ਦੇ ਉੱਤੇ ਮਾਸਕ ਚੜਾਏ ਨੇ, ਕਾਮ ਕ੍ਰੋਧ ਦੇ, ਲੋਭ ਦੇ, ਇਨਸਾਨ ਨੂੰ ਪਛਾਣਨਾ ਹੀ ਮੁਸ਼ਕਿਲ ਹੈ ਨਾ। ਇਨਸਾਨੀਅਤ ਨੂੰ ਪਛਾਣਨਾ, ਰੱਬ ਨੂੰ ਪਛਾਣਨਾ, ਰੱਬ ਦੀ ਪਛਾਣ, ਉਹ ਰੱਬ ਦੇ ਰੂਪ ਦੇ ਅੰਦਰ ਹਰ ਇੱਕ ਨੂੰ ਪਹਿਚਾਣਦਾ, ਫਿਰ ਰੱਬ ਵਰਗਾ ਸਮਝਦਾ ਹੈ, ਰੱਬ ਵਰਗਾ ਵਿਹਾਰ ਕਰਦਾ ਹੈ। ਮਨ ਤਨ ਅੰਤਰ ਇੱਕ ਪ੍ਰਭ ਰਾਤਾ। ਜਿਨ੍ਹਾਂ ਦੇ ਮਨ ਤਨ ਦੇ ਅੰਦਰ ਇੱਕ ਪ੍ਰਭੂ ਦੀ ਪ੍ਰੀਤ ਹੈ, ਉਹਨਾਂ ਨੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਇੱਕ ਨੂੰ ਜਾਣ ਲਿਆ, ਇੱਕ ਨੂੰ ਪਛਾਣ ਲਿਆ। ਉਹਨਾਂ ਦਾ ਫਿਰ ਵਿਹਾਰ ਸਾਰਿਆਂ ਦੇ ਨਾਲ ਇੱਕ ਪ੍ਰਭੂ ਵਰਗਾ ਹੋ ਜਾਂਦਾ ਹੈ। ਤਾਂ ਦੇਖੋ, ਕੱਲੀ ਕੱਲੀ ਪੰਕਤੀ ਦੇ ਅੰਦਰ, ਕੱਲੀ ਕੱਲੀ ਗੁਰਬਾਣੀ ਦੀ ਪੰਕਤੀ ਰਾਹੀਂ ਸਾਨੂੰ ਕਿੱਡਾ ਵੱਡਾ ਜੀਵਨ ਦਾ ਆਦਰਸ਼ ਦਿੱਤਾ ਹੈ, ਕਿੰਨਾ ਵੱਡਾ ਆਚਰਨ ਦਿੱਤਾ ਹੈ, ਕਿੰਨੀ ਵੱਡੀ ਸੋਚ ਦੇ ਰਹੇ ਨੇ, ਕਿੰਨੇ ਸੌਖੇ ਢੰਗ ਦੇ ਨਾਲ ਸਾਨੂੰ ਰੱਬ ਵਰਗਾ ਬਣਨ ਦੀ ਪ੍ਰੇਰਨਾ ਦੇ ਰਹੇ ਨੇ। ਸਾਡਾ ਜੀਵਨ ਸੁਖੀ ਔਰ ਸ਼ਾਂਤ ਹੋ ਸਕਦਾ ਹੈ। ਕਿੰਨੀ ਸੁੰਦਰ, ਕਿੰਨੀ ਮਹਾਨ ਔਰ ਕਿੰਨੀ ਸੌਖੀ, ਮਤਲਬ ਕਿੰਨਾ ਇਹ ਪ੍ਰੇਰਨਾ ਐਡੀ ਵੱਡੀ ਔਰ ਕਿੰਨਾ ਸੌਖਾ ਢੰਗ, ਸੁਖੈਨ ਢੰਗ, ਕਿੰਨੇ ਸੌਖੇ ਢੰਗ ਦੇ ਨਾਲ ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ਹਾਲੀ ਆ ਸਕਦੀ ਹੈ। ਤੇ ਜੇ ਇੰਨਾ ਸੌਖਾ ਜੀਵਨ ਵੀ, ਇੰਨਾ ਸੌਖਾ ਰਾਸਤਾ ਵੀ ਬੰਦਾ ਨਾ ਅਪਣਾਏ, ਤਾਂ ਫਿਰ ਬਦਕਿਸਮਤੀ ਕਿਹਾ ਜਾ ਸਕਦਾ ਹੈ। ਫਿਰ ਤਾਂ ਇਹ ਹੈ ਕਿ ਜਾਣ ਬੁੱਝ ਕੇ ਬੰਦਾ ਦੁਖੀ ਰਹਿਣਾ ਚਾਹ ਰਿਹਾ। ਫਿਰ ਬੰਦਾ ਜਵਾਬ ਦੇ ਰਿਹਾ ਕਿ ਮੈਂ ਇਹੋ ਜਿਹੀ ਜ਼ਿੰਦਗੀ ਚਾਹੁੰਦਾ ਹੀ ਨਹੀਂ, ਮੈਂ ਤੇ ਕਲੇਸ਼ ਵਿੱਚ ਹੀ ਜ਼ਿੰਦਗੀ ਜੀਣੀ ਹੈ, ਨਾ ਮੈਂ ਆਪ ਸੁਖੀ ਰਹਿਣਾ ਹੈ ਤੇ ਨਾ ਮੈਂ ਦੂਜਿਆਂ ਨੂੰ ਸੁਖੀ ਰਹਿਣ ਦੇਣਾ। ਹੁਣ ਜਿਹਨੇ ਟੀਚਾ ਹੀ ਬਣਾ ਲਿਆ ਭਾਈ, ਉਹਨੂੰ ਤਾਂ ਨਹੀਂ ਨਾ ਬਦਲ ਸਕਦੇ। ਵੈਸੇ ਅਸੀਂ ਕਹਿੰਦੇ ਨਹੀਂ ਜੀ ਇਹ ਕੰਮ ਔਖਾ ਹੈ, ਪਰ ਗੁਰੂ ਜੀ ਨੇ ਤਾਂ ਇੰਨਾ ਸੌਖਾ ਦੱਸਦਾ, ਇਸ ਤੋਂ ਸੌਖਾ ਹੋ ਹੀ ਨਹੀਂ ਸਕਦਾ। ਤਾਂ ਗੁਰੂ ਰਹਿਮਤ ਕਰੇ
ਦੇਖੋ ਕਿੰਨੇ ਸੁਖੈਨ ਢੰਗ ਦੇ ਨਾਲ ਅਸੀਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਰਾਹੀਂ ਇਹ ਜੀਵਨ ਜਾਚ ਪ੍ਰਾਪਤ ਕਰ ਸਕਦੇ ਹਾਂ। ਆਪਣੇ ਜੀਵਨ ਨੂੰ, ਪਰਿਵਾਰ ਨੂੰ, ਸਮਾਜ ਨੂੰ ਅਸੀਂ ਬਦਲ ਸਕਦੇ ਹਾਂ। ਤਾਂ ਅਸੀਂ ਇਸ ਪਾਸੇ ਆਪ ਵੀ ਟਰਾਈ ਕਰੀਏ ਤੇ ਹੋਰ ਨਾ ਵੀਰਾਂ ਭੈਣਾਂ ਨੂੰ ਵੀ ਪ੍ਰੇਰਨ ਦਾ ਯਤਨ ਕਰੀਏ। ਤਾਂ ਮੈਂ ਇੱਥੇ ਸਮਾਪਤੀ ਕਰਦਾ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੋਵੇ ਤਾਂ ਉਹ ਸਵਾਲ ਕਰ ਸਕਦਾ ਹੈ। ਜੇ ਕਿਸੇ ਨੇ ਆਪਣਾ ਕੋਈ ਵਿਚਾਰ ਦੇਣਾ ਹੋਵੇ ਤੇ ਆਪਣੇ ਵਿਚਾਰ ਦੇ ਸਕਦਾ ਹੈ। ਟਰਾਈ ਕਰੋ ਕਿ ਜੋ ਅਸੀਂ ਸੁਖਮਨੀ ਸਾਹਿਬ ਦੀ ਵਿਚਾਰ ਕਰਦੇ ਹਾਂ ਨਾ, ਇਸ ਵਿਚਾਰ ਦੇ ਦਾਇਰੇ ਵਿੱਚ ਸਵਾਲ ਔਰ ਵਿਚਾਰ ਹੋਣ ਤਾਂ ਉਹਦਾ ਸਾਨੂੰ ਲਾਭ ਹੋਏਗਾ। ਉਹਦਾ ਲਾਭ ਇਹ ਹੋਏਗਾ ਕਿ ਜੋ ਅਸੀਂ ਅੱਜ ਇੱਕ ਵਿਚਾਰ ਕੀਤੀ ਨਾ, ਘੰਟਾ ਜੋ ਮੈਂ ਆਪ ਦੇ ਨਾਲ ਵਿਚਾਰ ਕੀਤੀ ਹੈ ਘੰਟਾ ਪਰ, ਇੱਕ ਤਾਂ ਇਹਦਾ ਦੁਹਰਾਵ ਹੋ ਜਾਏਗਾ। ਦੂਜਾ ਇਹ ਸਮਝ ਆ ਜਾਏਗੀ ਕਿ ਸਾਨੂੰ ਇਹਦੇ ਵਿੱਚੋਂ ਸਮਝ ਕੀ ਆਈ ਹੈ ਜਦੋਂ ਵਿਚਾਰ ਦੋਗੇ। ਤੀਜਾ, ਜੇ ਕਿਸੇ ਨੂੰ ਇਸ ਵਿਚਾਰ ਵਿੱਚ ਕੋਈ ਪ੍ਰੋਬਲਮ ਆਈ ਹੈ ਸਮਝਣ ਵਿੱਚ, ਤਾਂ ਉਹ ਜਿਹੜੀ ਹੈ ਦੁਬਾਰਾ ਮਤਲਬ ਉਹ ਅਰਥ ਭਾਵ ਦੂਜੇ ਵੀ ਸਮਝ ਲੈਣਗੇ। ਤੇ ਇਹ ਜਿਹੜਾ ਸਾਡਾ ਇੱਕ ਨਾ ਬਹੁਤ ਸੋਹਣਾ ਇੱਕ ਐਸਾ ਰਾਸਤਾ ਬਣ ਜਾਏਗਾ ਕਿ ਅਸੀਂ ਇਸ ਰਾਸਤੇ ਤੇ ਚੱਲ ਸਕਾਂਗੇ। ਜੇ ਯਤਨ ਕਰੋ ਕਿ ਜੋ ਅਸੀਂ ਵਿਚਾਰ ਕਰਦੇ ਹਾਂ ਉਹਦੇ ਦਾਇਰੇ ਦੇ ਅੰਦਰ ਸਵਾਲ ਔਰ ਉਸ ਦਾਇਰੇ ਦੇ ਅੰਦਰ ਜਿਹੜੇ ਨੇ ਵਿਚਾਰ ਦਿੱਤੇ ਜਾਣ ਤਾਂ ਜ਼ਿਆਦਾ ਯੋਗ ਰਹੇਗਾ। ਬਾਕੀ ਆਪ ਸਾਰਿਆਂ ਦੀ ਮਰਜ਼ੀ, ਜਿਵੇਂ ਵੀ ਆਪ ਚਾਹੋ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਗਿਆਨੀ ਜੀ, ਹਮੇਸ਼ਾ ਤਰ੍ਹਾਂ ਬਹੁਤ ਬਹੁਤ ਆਪ ਜੀ ਦਾ। ਤੇ ਆਪ ਸਾਰਿਆਂ ਨੇ ਸੁਣ ਹੀ ਲਿਆ ਜੀ। ਤੇ ਜਿਹੜੀ ਅੱਜ ਦੀ ਕਥਾ ਹੋਈ ਹੈ ਉਹਦੇ ਵਿੱਚੋਂ ਜੇ ਤੁਸੀਂ ਅੱਜ ਕੋਈ ਸਵਾਲ ਜਾਂ ਕੋਈ ਵਿਚਾਰ ਦੇਣਾ ਤਾਂ ਤੁਸੀਂ ਅਨਮਿਊਟ ਹੋ ਜਾਓ ਜੀ। ਸਾਡੇ ਨਾਲ 3-4 ਜਣੇ ਸੰਗਤ ਦੇ ਵਿੱਚੋਂ ਅਨਮਿਊਟ ਹੋਏ ਆ ਜੀ। ਮੈਂ ਸਭ ਤੋਂ ਪਹਿਲਾਂ ਕੁਲਦੀਪ ਕੌਰ ਦੇ ਕੋਲ ਆਉਣਾ ਹੈ ਜੀ। ਤੁਸੀਂ ਕੁਲਦੀਪ ਕੌਰ ਆਪਣਾ ਕਰੋ ਗੱਲ ਤੁਸੀਂ ਜੀ। ਥੈਂਕ ਯੂ। ਸੌਰੀ, ਮੇਰਾ ਪਤਾ ਨਹੀਂ ਹੱਥ ਲੱਗ ਗਿਆ ਹੋਣਾ, ਮੈਂ ਕੁਛ ਨਹੀਂ ਜੀ ਕਹਿਣਾ। ਕੋਈ ਨਹੀਂ ਜੀ। ਹਰਦੀਪ ਸਿੰਘ ਭੋਗਲ ਸਾਹਿਬ। ਹਾਂਜੀ, ਮੈਂ ਗਿਆਨੀ ਜੀ ਪੁੱਛਣਾ ਹੈਗਾ ਕਿ ਸੁਖਮਨੀ ਸਾਹਿਬ ਤੋਂ ਨਾ ਜਸਟ ਬਿਫੋਰ ਸੁਖਮਨੀ ਸਾਹਿਬ ਦੇ ਇੱਕ ਤੁਕ ਆਉਂਦੀ ਹੈਗੀ ਆ, ਇਹ ਸ਼ਲੋਕ ਆਦਿ ਅੰਤ ਪੜ੍ਹਨਾ, ਇਹਦਾ ਕੀ ਅਰਥ ਹੁੰਦਾ? ਕਿਹੜਾ ਸ਼ਲੋਕ ਔਰ ਕਿਹੜੇ ਆਦਿ ਅੰਤ ਪੜ੍ਹਨਾ ਹੈ ਆਪਾਂ? ਇਹ ਨਾ ਸੁਖਮਨੀ ਸਾਹਿਬ ਵਿੱਚ ਨਹੀਂ ਹੈ, ਇਹ 52 ਅੱਖਰੀ ਵਿੱਚ ਹੈ। ਤੇ 52 ਅੱਖਰੀ ਦੇ ਵਿੱਚ ਪਹਿਲਾ ਸ਼ਲੋਕ ਜਿਹੜਾ ਨਾ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ, ਤੇ ਇਹ 52 ਅੱਖਰੀ ਦੇ ਸ਼ੁਰੂ ਵਿੱਚ ਵੀ ਹੈ ਤੇ 52 ਅੱਖਰੀ ਜਿੱਥੇ ਸਮਾਪਤ ਹੁੰਦੀ ਬਾਣੀ ਉੱਥੇ ਵੀ ਫਿਰ ਲਾਸਟ ਵਿੱਚ ਵੀ ਹੈ। ਠੀਕ ਹੈ। ਤੇ ਥੱਲੇ ਗੁਰੂ ਜੀ ਨੇ ਲਿਖ ਦਿੱਤਾ ਹੈ ਇਹ ਸ਼ਲੋਕ ਆਦ ਅੰਤ ਪੜ੍ਹਨਾ, ਯਾਨੀ 52 ਅੱਖਰੀ ਦੇ ਸ਼ੁਰੂ ਵਿੱਚ ਵੀ ਤੇ 52 ਅੱਖਰੀ ਦੇ ਐਂਡ ਵਿੱਚ ਵੀ। ਮਤਾ ਇਹ ਸਮਝ ਲਓ ਕਿ ਅਸੀਂ ਪਹਿਲਾਂ ਪੜ੍ਹ ਲਿਆ ਤੇ ਹੁਣ ਨਾ ਪੜ੍ਹੀਏ। ਠੀਕ ਹੈ ਜੀ। ਉਹ 52 ਅੱਖਰੀ ਵਾਸਤੇ ਤੇ ਉਸ ਤੋਂ ਬਾਅਦ ਫਿਰ ਸੁਖਮਨੀ ਸਾਹਿਬ ਸ਼ੁਰੂ ਹੋ ਜਾਂਦੀ ਬਾਣੀ। ਧੰਨਵਾਦ ਜੀ ਹਰਜੀਤ ਸਿੰਘ ਜੀ। ਤੇ ਨੀਨਾ ਜੀ ਤੁਸੀਂ ਵੀ ਅਨਮਿਊਟ ਹੋਏ ਆ, ਤੁਸੀਂ ਵੀ ਗੱਲ ਕਰੋ। ਹਾਂਜੀ ਭਾਈ ਸਾਹਿਬ ਜੀ, ਭੂਤ ਦੇ ਤੁਸੀਂ 5 ਮੀਨਿੰਗ ਦੱਸੇ ਸੀਗੇ। ਇੱਕ ਤਤ, ਪਦਾਰਥ, ਹੋਰ 3 ਕਿਹੜੇ ਹੈਗੇ ਆ? ਇੱਕ ਮਿੰਟ ਪੈਨ, ਕਿਹੜੀ ਪੰਕਤੀ ਸੀ ਇਹ? ਭੂਤ ਸਰਪੂਤ ਆਪਰ ਕੀ ਹੈ? ਸਾਰਪੂਤ ਸਤ ਹਰ ਕੋ ਨਾਮ। ਸਾਰਪੂਤ ਸਤ ਹਰ ਕੋ ਨਾਮ। ਕੋਈ ਨਾ, ਮੈਂ ਕੋਈ ਨਾ ਇਹਦੇ ਵਿੱਚ ਪੈਨ ਭੂਤ ਦਾ, ਵੈਸੇ ਦੇ ਭੂਤ ਦੇ ਨਾ 16 ਅਰਥ ਨੇ, ਪਰ ਜਿਹੜੇ ਗੁਰਬਾਣੀ ਵਿੱਚ ਆਏ ਨੇ ਉਹ ਨੇ ਕਰੀਬ ਮੈਂ ਤੁਹਾਨੂੰ ਦੁਬਾਰਾ ਲਿਖਾ ਦੇਣਾ ਵਾ। ਗੁਰਬਾਣੀ ਦੇ ਵਿੱਚ 6 ਅਰਥਾਂ ਦੇ ਵਿੱਚ ਆਇਆ। ਸਭ ਤੋਂ ਪਹਿਲਾ ਹੈਗਾ ਤਤ, ਜਿਹੜੇ ਕਾਮ ਕ੍ਰੋਧ ਵਗੈਰਾ ਨੇ। ਅੱਛਾ ਜੀ। ਪੰਚ ਭੂਤ ਸੱਚ ਪੈ ਰਾਤੇ, ਇਹਨਾਂ ਨੂੰ ਭੂਤ ਕਿਹਾ ਹੈ। ਤੇ ਦੂਜਾ ਭੂਤ ਸ਼ਬਦ ਭੂਤਨੇ ਵਾਸਤੇ ਵੀ ਆਇਆ ਹੈ, ਜਿਵੇਂ ਆ ਕਈ ਕੋਟ, ਜਿਵੇਂ ਭੂਤ ਪ੍ਰੇਤ ਵਗੈਰਾ, ਪ੍ਰੇਤ ਭੂਤ ਸਭ ਦੂਜੇ ਲਾਏ। ਅੱਛਾ ਜੀ। ਤੇ ਤੀਜਾ ਸ਼ਬਦ ਹੈਗਾ ਜੇਹਾ ਜਾਂ ਸਮਾਨ। ਹਾਂਜੀ, ਰੂਪ ਜਾਂ ਸਮਾਨ ਜਾਂ ਵਾਂਗ, ਜਿਵੇਂ ਸਾਰ ਭੂਤ ਸਤ ਹਰ ਕੋ ਨਾਉ। ਹਾਂਜੀ, ਕੀ ਮਤਲਬ ਹੋਇਆ? ਚੌਥਾ ਹੈਗਾ ਹਸ। ਹਾਂਜੀ, ਤੀਸਰਾ ਕੀ ਹੈਗਾ? ਸੌਰੀ, ਤੀਸਰਾ ਕੀ ਸੀ? ਤੀਜਾ ਰੂਪ ਅੱਛਾ, ਜਾਂ ਸਮਾਨ ਰੂਪ। ਹਾਂਜੀ। ਤੇ ਚੌਥਾ ਹੈਗਾ ਹਸਤੀ। ਹੋਂਦ, ਸਰਬ ਭੂਤ ਆਪ ਵਰਤਾਰਾ। ਹਾਂਜੀ।
ਜਾਂ ਸਰਬ ਭੂਤ ਏਕੇ ਕਰ ਜਾਣਿਆ, ਤੇ ਪੰਜਵਾਂ ਹੈਗਾ ਲੰਘ ਚੁੱਕਿਆ ਸਮਾਂ, ਪਾਸਟ ਟੈਂਸ, ਪਾਸਟ। ਅੱਛਾ ਜੀ। ਛੇਵਾਂ ਹੈਗਾ ਪ੍ਰਿਥਵੀ ਵਗੈਰਾ, ਜਿਹੜੇ ਆ ਪੰਜ ਤੱਤ ਨੇ। ਪੰਚਵੀਂ ਪੰਜ ਭੂਤ ਬੇਤਾਲਾ। ਹਾਂਜੀ। ਤੇ ਇਹ ਤੇ ਨੇ ਗੁਰਬਾਣੀ ਵਿੱਚ ਆਏ ਹੋਏ। ਤੇ ਭਾਈ ਅੱਛਾ। ਕਾਹਨ ਸਿੰਘ ਨਾਭਾ ਨੇ ਜਿਹੜੇ ਅਰਥ ਲਿਖੇ ਨੇ ਇਹਦੇ ਭੂਤ ਸ਼ਬਦ ਦੇ, ਉਹ ਹੈਗਾ ਬੀਤਿਆ ਹੋਇਆ ਸਮਾਂ। ਹਾਂਜੀ। ਤੇ ਇਸ ਤੋਂ ਇਲਾਵਾ ਹੈਗਾ ਸੰਗਿਆ, ਬੀਤਿਆ ਹੋਇਆ ਸਮਾਂ ਆ ਗਿਆ। ਪ੍ਰਿਥਵੀ ਵਗੈਰਾ ਤੱਤ ਇਹ ਆਪਾਂ ਕਰ ਲਿਆ। ਸ਼ਬਦ ਸਪਰਸ਼ ਜਿਹੜੇ ਨੇ ਨਾ, ਇਹਨਾਂ ਦੇ ਗੁਣ ਨੇ, ਜਿਹੜੇ ਤੇ ਪੰਜ ਤੱਤਾਂ ਦੇ ਵਿੱਚ ਗੁਣ ਨੇ, ਉਹਨਾਂ ਨੂੰ ਵੀ ਭੂਤ ਕਿਹਾ ਹੈ। ਅੱਛਾ, ਪ੍ਰਿਥਵੀ ਤੱਤ ਕੀ ਮਤਲਬ? ਪੰਜ ਤੱਤ ਨੇ ਨਾ, ਜਿਹੜੇ ਧਰਤੀ, ਆਕਾਸ਼, ਹਵਾ, ਪਾਣੀ। ਅੱਛਾ ਜੀ, ਅੱਛਾ ਜੀ। ਤੇ ਅੱਗੇ ਇਹਨਾਂ ਦੇ ਵਿੱਚ ਜਿਹੜੇ ਗੁਣ ਨੇ, ਅੱਛਾ ਜੀ। ਸ਼ਬਦ ਸਪਰਸ਼ ਵਗੈਰਾ ਵਗੈਰਾ। ਹਾਂਜੀ ਹਾਂਜੀ ਹਾਂਜੀ। ਤੇ ਇਸ ਤੋਂ ਇਲਾਵਾ ਹੋਰ ਇਹਦਾ ਅਰਥ ਹੈਗਾ ਸ਼ਿਵ। ਸ਼ਿਵ ਜੀ ਵਾਸਤੇ ਵੀ ਇਹ ਸ਼ਬਦ ਵਰਤਿਆ ਲੋਕਾਂ ਨੇ। ਅੱਛਾ ਜੀ। ਮੁਰਦੇ ਵਾਸਤੇ ਵੀ ਇਹ ਸ਼ਬਦ ਵਰਤਿਆ ਹੈ। ਮਰਤੀ ਬਾਰ ਲੇਹੋ ਲੇਹੋ ਕਰੀਏ ਭੂਤ ਰਹਿਣ ਕਿਉਂ ਦੀਆ, ਮੁਰਦੇ ਵਾਸਤੇ ਵੀ ਵਰਤਿਆ। ਤੇ ਇਹਦਾ 12ਵਾਂ ਅਰਥ ਹੈਗਾ ਸੰਸਾਰ ਜਾਂ ਜਗਤ ਵਾਸਤੇ ਵੀ ਭੂਤ ਸ਼ਬਦ ਆਇਆ। ਅੱਛਾ ਜੀ। ਨਿਆਂ ਔਰ ਇਨਸਾਫ ਵਾਸਤੇ ਵੀ ਆਇਆ ਹੈ। ਹਾਂਜੀ। ਤੇ ਤत्व ਜਾਂ ਸਾਰ ਜਾਂ ਨਿਚੋੜ ਵਾਸਤੇ ਵੀ ਸ਼ਬਦ ਵਰਤਿਆ ਹੈ ਲੋਕਾਂ ਨੇ, ਵਿਦਵਾਨਾਂ ਨੇ। ਤੇ ਸੱਚ ਵਾਸਤੇ ਵੀ ਭੂਤ ਸ਼ਬਦ ਕੋਸ਼ ਦੇ ਵਿੱਚ ਮਿਲਦਾ ਹੈ। ਅੱਛਾ ਜੀ। ਭੂਤ ਸ਼ਬਦ ਜਿਹੜਾ ਮਹੀਨੇ ਦਾ ਹਨੇਰਾ ਪੱਖ, ਜਿਹਨੂੰ ਅਸੀਂ ਵਧੀ ਕਹਿੰਦੇ ਨਾ, ਪੋ ਵਧੀ ਪੰਜਵੀਂ ਜਾਂ ਪੋ ਸੁਦੀ ਸੱਤਵੀਂ, ਵਧੀ ਮਹੀਨੇ ਦਾ ਹਨੇਰਾ ਪੱਖ, ਜਿਵੇਂ ਪੂਰਨਮਾਸ਼ੀ ਤੋਂ ਅਗਲਾ ਦਿਨ। ਤਾਂ ਇਸ ਤਰ੍ਹਾਂ ਕਈ ਅਰਥਾਂ ਦੇ ਵਿੱਚ ਭੂਤ ਸ਼ਬਦ ਨੂੰ ਵਰਤਿਆ ਗਿਆ, ਤੇ ਗੁਰਬਾਣੀ ਦੇ ਵਿੱਚ 6 ਅਰਥਾਂ ਦੇ ਵਿੱਚ ਵਰਤਿਆ। ਪਰ ਸਾਡੇ ਸਿੱਖੀਜ਼ਮ ਦੇ ਵਿੱਚ ਇਹ ਜਿਹੜੇ ਸ਼ੁਭ ਦਿਨ ਤੇ ਅਸ਼ੁਭ ਦਿਨ ਇਹ ਤੇ ਨਾ ਮੰਨੇ ਜਾਂਦੇ ਹੈਗੇ, ਜਾਂ ਪੂਰਨਮਾਸ਼ੀ ਵਗੈਰਾ। ਨਹੀਂ 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 ਪੂਰਨਮਾਸ਼ੀ ਵਗੈਰਾ ਨਹੀਂ, ਤੇ ਸਿੱਖੀਜ਼ਮ ਵਿੱਚ ਪੂਰਨਮਾਸ਼ੀ ਕਿਉਂ ਮੰਨਦੇ ਨੇ? ਗੁਰਦੁਆਰੇ 'ਚ ਕਿਉਂ ਮੰਨਦੇ ਨੇ ਪੂਰਨਮਾਸ਼ੀ ਤੇ ਪਾਠ ਦੇਖੋ ਰਖਾਉਂਦੇ ਕਹਿੰਦੇ ਨੇ? ਗੁਰਦੁਆਰਿਆਂ ਦੇ ਵਿੱਚ ਨਾ ਇਹ ਚੀਜ਼ਾਂ ਸ਼ੁਰੂ ਹੋ ਗਈਆਂ ਜਦੋਂ ਗੁਰਦੁਆਰਿਆਂ ਵਿੱਚ ਮਹੰਤ ਆ ਗਏ ਨਾ, ਸਿੱਖ ਜਦੋਂ ਜੰਗਲਾਂ ਵਿੱਚ ਚਲੇ ਗਏ। ਅੱਛਾ। ਤੇ ਸਿੱਖਾਂ ਦਾ ਜਦੋਂ ਕਤਲਾਮ ਹੋਣ ਲੱਗਿਆ ਵੀ ਇਹਨਾਂ ਦੇ ਸਿਰਾਂ ਦੇ ਮੁੱਲ, ਤੇ ਇਹਨਾਂ ਨੇ ਫਿਰ ਗੁਰੀਲਾ ਯੁੱਧ ਪ੍ਰਣਾਲੀ ਨੂੰ ਅਪਣਾਇਆ, ਔਰ ਜੰਗਲਾਂ ਵਿੱਚ ਰਹਿ ਕੇ ਜਿੱਥੇ ਆਪਣੀ ਜਾਨ ਬਚਾਈ, ਉੱਥੇ ਨਾਲ ਮਤਲਬ ਵਿਦੇਸ਼ੀ ਹਮਲਾਵਰਾਂ ਤੇ ਹਮਲੇ ਕੀਤੇ, ਫੌਜਾਂ ਇਕੱਠੀਆਂ ਕੀਤੀਆਂ ਔਰ ਦੇਸ਼ ਨੂੰ ਆਜ਼ਾਦ ਕਰਾਇਆ। ਉਦੋਂ ਜਦੋਂ ਸਿੱਖ ਜੰਗਲਾਂ ਵਿੱਚ ਚਲੇ ਗਏ, ਉਦੋਂ ਗੁਰਦੁਆਰਿਆਂ ਦੇ ਵਿੱਚ ਜਿਹੜੇ ਨੇ ਉਦਾਸੀ ਮਹਾਤਮਾ ਆ ਗਏ, ਨਿਰਮਲੇ ਔਰ ਉਦਾਸੀ। ਇਹ ਜਿੰਨੀਆਂ ਵੀ ਮਨਮਤਾਂ ਨੇ ਇਹ ਉਦੋਂ ਆਈਆਂ। ਤੇ ਦੂਜਾ ਗੱਲ ਇਹ ਸੀ ਵੀ ਜਿਵੇਂ ਹਿੰਦੂਇਜ਼ਮ ਵਿੱਚ ਅਸੀਂ ਵੇਖਦੇ ਹਾਂ ਵੀ ਉਦੋਂ ਬਿਕਰਮੀ ਸੰਮਤ ਚੱਲਦਾ ਸੀ, ਤੇ ਮਹੀਨੇ ਚੇਤ ਵਗੈਰਾ ਹੁੰਦੇ ਸਨ, ਤੇ ਲੋਕਾਂ ਨੇ ਇਕੱਠੇ ਹੋਣ ਵਾਸਤੇ ਇੱਕ ਮਹੀਨਾ ਬਣਾ ਲਿਆ ਵੀ ਸੰਗਰਾਂਦ ਵਾਲੇ ਦਿਨ ਆ ਜਾਓ। ਸੰਗਰਾਂਦ ਸ਼ਬਦ ਗੁਰਬਾਣੀ ਵਿੱਚ ਨਹੀਂ ਹੈ, ਇਹ ਸਾਰਾ ਕੁਝ ਉਧਰੋਂ ਹੀ ਆਇਆ ਹੈ। ਗੁਰਬਾਣੀ ਕਿਸੇ ਵੀ ਦਿਨ ਨੂੰ ਪਵਿੱਤਰ ਔਰ ਅਪਵਿੱਤਰ ਨਹੀਂ ਮੰਨਦੀ। ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਚੰਦਰਮਾ ਦੇ ਨਾਲ ਸੰਬੰਧ ਹੈਗਾ ਪੂਰਨਮਾਸ਼ੀ ਦਾ, ਸੂਰਜ ਦੇ ਨਾਲ ਸੰਬੰਧ ਹੈਗਾ ਸੰਗਰਾਂਦ ਦਾ। ਤੇ ਸਿੱਖ ਜਿਹੜਾ ਹੈ ਚੰਦਰਮਾ ਔਰ ਮਤਲਬ ਸੂਰਜ ਵਗੈਰਾ ਦਾ ਪੁਜਾਰੀ ਨਹੀਂ ਹੈ। ਸਿੱਖ ਇੱਕ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਤੁਰਨ ਵਾਲਾ ਹੈ। ਗੱਲ ਖਤਮ ਹੋ ਗਈ। ਚਲੋ ਆਪਾਂ ਇੱਥੇ ਸਮਾਪਤੀ ਕਰਦੇ ਜੀ, ਹੁਣ 2:45 ਹੋ ਗਏ ਆ, ਤਾਂ ਆਪਾਂ ਛੁੱਟੀਆਂ ਲਈਏ ਇੱਕ ਦੂਜੇ ਤੋਂ, ਕਿਉਂਕਿ ਹੋਰਾਂ ਵੀ ਕੰਮ ਕਰਦੇ ਨੇ। ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਜੁਆਇਨ ਕਰਨ ਦਾ। ਤਾਂ ਕੱਲ ਨੂੰ ਮੁੜ ਕੇ ਫੇਰ ਆਵਾਂਗੇ ਜੀ 1 ਵਜੇ ਦੇ ਟਾਈਮ ਦੇ ਮੁਤਾਬਕ। ਤੁਸੀਂ ਇੱਕ ਟੱਲੀ ਰੱਖੋ, ਜਦੋਂ ਛੁੱਟੀਆਂ ਹੁੰਦੀਆਂ ਨਾ ਫਿਰ ਟੱਲੀ ਵੱਜਦੀ ਹੈ। ਅੱਛਾ ਜੀ, ਅੱਛਾ ਠੀਕ ਹੈ ਜੀ। ਮੈਨੂੰ ਇਨਵੈਸਟਮੈਂਟ ਕਰਨੀ ਪੈਣੀ ਬਹੁਤ, ਇਹ ਬਹੁਤ ਤਕੜੀ ਆ, ਇਸ ਕਰਕੇ ਮੈਨੂੰ ਥੋੜਾ ਜਿਹਾ ਸੋਚਣਾ ਪੈਣਾ। ਤੇ ਚਮਚਾ ਰੱਖ ਲਓ ਕੋਲ। ਮੈਂ ਬੈਂਕ ਨਾਲ ਗੱਲ ਕਰੂੰਗਾ ਕੱਲ ਨੂੰ, ਤਾਂ ਫਿਰ ਦੇਖਦੇ ਹਾਂ ਕੀ ਕਰਨਾ ਜੀ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਕੱਲ ਨੂੰ 1 ਵਜੇ ਆਪਾਂ ਮੁੜ ਕੇ ਆਣੇ ਜੀ। ਉੱਤੇ ਛੁੱਟੀਆਂ ਲਈਏ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ।